बहादुर परम कृपाला जी परम कृपाला। श्री गुरु गोबिंद सिंह विशाला कहो करा पर पुन पुन सीसा जी पुन पुन सीसा। बंदा पार पार जगदीसा जिसमें अमृत ज्ञान है मानक भगत विराग। श्री गुरु ग्रंथ साहिब तद बंदो कर अनुराग। श्री गुरु शब्द कमाए जिना जिते पंच विकार। इन संतन को बंदना सिर चरणन पर तार। जो गुजरे शास्त्र खट इंग गिरन चढ़ जाए। आंगल खैर सुनाए जो काल कृपा कराए। ये गंगारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जीओ। हाथ जोड़ आगे हुए करो। वाहिगुरु जी का खालसा वाहिगुरु जी की फतेह। सतगुरां दे साजी विभागी परम पूज गुरु गुरु खालसा शासन जी आप जी विभागी हो। सच्चे पातशाह जी अत्यंत कृपालता सत्कार। कई रोज तो गुरुमत समागम चल रहे हैं जिन्होंने समागमों के अंदर सच्चे पातशाह जी रहमत द्वारा अमृत वेले जो सच्चे पातशाह जी उपदेश हुक्म बख्शते हैं उन्होंने विचार आप जी बड़े प्रेम के सत्कार के नाल सरवण करते हैं। शामा के दीवाना के अंदर श्री गुरु अर्जन देव महाराज जी के जो शहीदी दिहाड़े मुख रख करके गुरु इतिहास की गुरु अर्जन देव महाराज सच्चे पातशाह जी के जीवन कोरकां की इस तरह सच्चे पातशाह जी ने साढ़े भले के वास्ते सच्चे पातशाह ने किस तरह शहीदी प्राप्त की है वो प्रसंग आप जी बड़े प्रेम के नाल सरवण कर रहे हो। आप जी ने कल के समय के सरवण किया सी सच्चे पातशाह जो लाहौर के गए उसे भाई सधू सच्चे पातशाह जी बहुत उड़ीक करता कदों महाराज जी मेरे घर के चारण पान कदों मैं अपने हथी महाराज जी की सेवा करा। बड़ी श्रद्धा ते भावना क्योंकि साध संगत जी जिहड़ी फल लगदा ना वो श्रद्धा ते भावना नूं लगदा प्रेम नूं फल लगदा। जिहड़ी सेवा भी कीती है ना असीं वो सेवा भावना ते खड़ी है।
ਸਾਡੇ ਅੰਦਰ ਕਿੰਨਾ ਕੁ ਪ੍ਰੇਮ ਹੈ। ਜਦੋਂ ਅਸੀਂ ਪ੍ਰੇਮ ਦੇ ਨਾਲ ਸੱਚੇ ਪਾਤਸ਼ਾਹ ਦੀ ਸੇਵਾ ਕਰਾਂਗੇ, ਭਾਵਨਾ ਦੇ ਨਾਲ ਕਰਾਂਗੇ, ਤੇ ਮਹਾਰਾਜ ਜ਼ਰੂਰ ਸਾਨੂੰ ਫਲ ਦੇਣਗੇ। ਇਹ ਮਹਾਰਾਜ ਜੀ ਸਾਡੇ 'ਤੇ ਬਹੁਤ ਕਿਰਪਾ ਕਰਦੇ ਨੇ, ਕਿਉਂਕਿ ਐਸੇ ਪ੍ਰਸੰਗ, ਐਸੀ ਸਿੱਖਿਆ ਮਹਾਰਾਜ ਜੀ ਸਾਨੂੰ ਬਖਸ਼ ਰਹੇ ਨੇ। ਤੇ ਭਾਈ ਸੰਧੂ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਘਰ ਦੇ ਵਿੱਚ ਆਏ ਨੇ ਤੇ ਮਹਾਰਾਜ ਜੀ ਬੜੀ ਪ੍ਰੇਮ ਦੇ ਨਾਲ ਸੇਵਾ ਕਰਦਾ ਹੈ। ਤੇ ਨਾਲ 5 ਸਿੱਖ ਨੇ, ਭਾਈ ਬੀਦੀ ਜੰਗ ਜੀ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਗੰਗਾਰ ਜੀ ਤੇ ਭਾਈ ਪੈੜਾ ਜੀ। ਤੇ ਨਾਲ ਹੋਰ ਵੀ ਸੀ ਸੰਤਾਲੀ ਤੇ ਭਾਈ ਸਾਹਿਬ ਦੇ ਘਰਾਂ ਸੱਚੇ ਪਾਤਸ਼ਾਹ ਆਏ ਨੇ ਤੇ ਬੜੇ ਪ੍ਰੇਮ ਦੇ ਨਾਲ, ਸੁੱਚੀ ਮਨਤਾਈ ਦੇ ਨਾਲ ਤੇ ਬੜੇ ਭਾਂਡੇ ਸੋਧ ਕਰਕੇ, ਭਾਂਡਿਆਂ ਨੂੰ ਮਾਂਜ ਕਰਕੇ, ਰਸੋਈ ਦੇ ਵਿੱਚ ਲਿਪ ਪੋਜ ਕਰਕੇ ਚੰਗੀ ਤਰ੍ਹਾਂ ਸੁੱਚੀ ਦੇ ਨਾਲ ਭੋਜਨ ਤਿਆਰ ਕਰ ਰਿਹਾ ਹੈ। ਅੱਗੇ ਤੋਂ ਜੋ ਪ੍ਰਸੰਗ ਆ ਰਿਹਾ ਹੈ, ਆਪ ਜੀ ਮਨ ਵਿੱਚ ਇਕਾਗਰ ਕਰੋ, ਪ੍ਰੇਮ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हाथ जोड़ आके होए करो। ਤੇ ਜਦੋਂ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ ਨਾ, ਤੇ ਬੜੀ ਸੂਝਬੂਝ ਦੇ ਨਾਲ, ਬੜੀ ਸੋਧ ਕਰਕੇ ਲੈ ਕੇ ਆਇਆ ਤੇ ਬੜੀ ਭਾਵਨਾ ਹੈ ਅੰਦਰ ਸਿੱਖ ਦੇ। ਤੇ ਦੋਨੇ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਖੜਿਆ ਹੈ। कहो गुरु जी भोजन करो। ਕਹਿਣ ਲੱਗਿਆ ਸੱਚੇ ਪਾਤਸ਼ਾਹ, ਇੱਕ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ, ਆਪ ਜੀ ਛਕਣਾ ਕਰੋ। सुनत उठे लिख लख प्रेम कनेरा। ਤੇ ਬਹੁਤ ਪ੍ਰੇਮ ਜਾਣ ਕਰਕੇ ਨਾ ਸਿੱਖ ਦੇ ਅੰਦਰ ਮਹਾਰਾਜ ਜੀ ਸੁਣ ਕਰਕੇ ਉੱਠੇ। चौकी पर बैठे इस डेरा। ਜਿੱਥੇ ਭੋਜਨ ਛਕਣ ਵਾਸਤੇ ਨਾ ਚੌਂਕੀ, ਜਿਹੜਾ ਪੇੜਾ ਨਾ ਉਹ ਡਾਇਆ ਹੋਇਆ ਹੈ, ਤੇ ਉਹਦੇ ਉੱਤੇ ਤੇ ਫਿਰ ਸੱਚੇ ਪਾਤਸ਼ਾਹ ਜੀ ਆ ਕਰਕੇ ਵਿਰਾਜਮਾਨ ਹੋ ਗਏ। पृथक पृथक कर थाल परोसा। ਤੇ ਨਾਲ ਦੋ ਸਿੱਖ ਬੈਠ ਗਏ, ਸਿੱਖ ਸੰਗਤਾਂ ਬੈਠੀਆਂ ਨੇ ਤੇ ਲਿਆ ਕਰਕੇ ਨਾ ਵੱਖਰੇ ਵੱਖਰੇ ਜਿਹੜੇ ਥਾਲ ਨੇ ਪਰੋਸ ਕਰਕੇ ਲੈ ਕੇ ਆਉਂਦਾ ਹੈ। पके भोजन लेग अरतोसा। ਤੇ ਸਾਧ ਸੰਗਤ ਜੀ ਭੋਜਨ 4 ਪ੍ਰਕਾਰ ਦਾ, ਫਿਰ ਭਖ ਭੋਜ ਲੇਜ ਅਰਚੋਸਾ, ਚੂਸਣ ਵਾਲੇ ਲੇਜ ਭੋਜਨ ਤੇ ਇਹ ਲੈ ਕੇ ਆਇਆ। पुरुष मधुर अर्थिक सुलोना। ਪਿੱਛੇ ਰਸ ਨੇ ਤੇ ਸਾਧ ਸੰਗਤ ਜੀ ਫਿਰ ਸਰੋਣਾ ਮਿੱਠਾ ਤੇ ਇਸੇ ਤਰ੍ਹਾਂ ਤਿੱਖਾ ਭੋਜਨ ਤੇ ਉਹ ਲੈ ਕੇ ਆਇਆ। आके तरयो गुरु के तो ना। ਤੇ ਆ ਕਰਕੇ ਨਾ ਉਸ ਸਮੇਂ ਤੇ ਬੜੇ ਪ੍ਰੇਮ ਦੇ ਨਾਲ ਅੱਗੇ ਰੱਖਣਾ ਕੀਤਾ। हाथ जोड़ सन्मुख रहे करो। ਤੇ ਮਹਾਰਾਜ ਦੇ ਸਾਹਮਣੇ ਖੜਾ ਹੋ ਕਰਕੇ ਮਹਾਰਾਜ ਬੇਨਤੀ ਕਰਦਾ ਹੈ। चाहत हुक्म सो सेवा करो। ਤੇ ਬੜੀ ਇੱਛਾ ਰੱਖਦਾ ਹੈ ਮਹਾਰਾਜ ਜੀ, ਤੁਹਾਡਾ ਹੁਕਮ ਚਾਹੀਦਾ ਹੈ, ਮੈਂ ਤੁਹਾਡੀ ਸੇਵਾ ਕਰਾਂ। शिक्षण सहसो करो आहारे। ਤੇ ਮਹਾਰਾਜ ਜੀ ਸਿੱਖਾਂ ਦੇ ਸਮੇਤ ਆਪ ਜੀ ਭੋਜਨ ਛਕੋ। त्रिपद पे सब हाथ पखारे। ਜੋ ਮਹਾਰਾਜ ਨੇ ਭੋਜਨ ਛਕਿਆ ਨਾ ਸਿੱਖਾਂ ਦੇ ਸਮੇਤ, ਤੇ ਫਿਰ ਮਹਾਰਾਜ ਜੀ ਤ੍ਰਿਪਤ ਹੋ ਕਰਕੇ सदु मान राखते कारण। ਤੇ ਫਿਰ ਸਤੂ ਦੇ ਭਾਈ ਸਤੂ ਦਾ ਮਾਨ ਰੱਖਣ ਵਾਸਤੇ, ਸਤੂ ਨੂੰ ਸਤਿਕਾਰ ਦੇਣ ਵਾਸਤੇ स्वाद सराहा केवले आहारन। ਕਹਿੰਦੇ ਨੇ ਭਾਈ ਤੇਰਾ ਭੋਜਨ ਬੜਾ ਸਵਾਦਿਸ਼ਟ ਹੈ। हाथ जोड़ कह मैं किस लायक। ਤੇ ਕਹਿਣਗੇ ਸੱਚੇ ਪਾਤਸ਼ਾਹ, ਮੈਂ ਕੋਈ ਲਾਇਕ ਨਹੀਂ ਹਾਂ, ਮੇਰੇ ਵਿੱਚ ਕੋਈ ਗੁਣ
ਨਹੀਂ ਹੈ। ਦੀਨ ਦਇਆ ਤੁਮ ਸਹਿਜ ਸੁਭਾਇਤ। ਮਹਾਰਾਜ ਜੀ ਤੁਸੀਂ ਆਪ ਹੀ ਹੋ ਗਰੀਬਾਂ ਨੂੰ ਨਿਵਾਜਣ ਵਾਲੇ, ਜਿਨ੍ਹਾਂ ਦੇ ਉੱਤੇ ਦਿਆਲੂ ਆਪ ਹੀ ਹੋ। ਜਿਵ ਦੁਰਯੋਧਨ ਆਦਿਕ ਤਿਆਗੇ। ਮਹਾਰਾਜ ਜੀ ਦਾ ਦੁਰਯੋਧਨ ਦੇ ਨਾਲ ਤਿਆਗ ਕਰਕੇ ਸਾਰਾ ਕੁਝ ਛੱਡ ਕਰਕੇ ਸਦਨ ਬਿਦਰ ਕੇ ਬਸ ਅਨੁਰਾਗੇ। ਤੇ ਬੜੇ ਪ੍ਰੇਮ ਦੇ ਨਾਲ ਬੀਦਰ ਦੇ ਘਰ ਦੇ ਵਿੱਚ ਆ ਕਰਕੇ ਬੀਦਰ ਦਾ ਹੀ ਭੋਜਨ ਛਕਣਾ ਕੀਤਾ। ਸੋ ਬਿਦ ਆਜ ਭਈ ਮੰਸਾਤ। ਮਹਾਰਾਜ ਜੀ ਉਹ ਜਿਹੜੀ ਬੀਤੀ ਹੋਈ ਹੈ ਨਾ, ਉਹ ਅੱਜ ਮੇਰੇ ਨਾਲ ਹੋਈ ਹੈ, ਕਿਉਂਕਿ ਮਹਾਰਾਜ ਉਦੋਂ ਵੀ ਤੁਸੀਂ ਗਰੀਬ ਨੂੰ ਨਿਵਾਜਿਆ ਸੀ ਤੇ ਹੁਣ ਵੀ ਤੁਸੀਂ ਗਰੀਬਾਂ ਨੂੰ ਹੀ ਨਿਵਾਜਣ ਵਾਲੇ ਹੋ। ਸਭ ਕੋ ਤਜ ਮਨ ਕਰ ਦਸਨਾਥ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਜੀ ਸਾਰੇ ਭਾਵੇਂ ਲਾਹੌਰ ਦੇ ਵਿੱਚ ਹੋਰ ਵੀ ਸਿੱਖ ਸਨ, ਹੋਰ ਵੀ ਮਹਾਰਾਜ ਸਾਰਿਆਂ ਨੂੰ ਛੱਡ ਕਰਕੇ ਨਾ ਭਾਈ ਸਤੂ ਦੇ ਘਰ ਦੇ ਵਿੱਚ ਆਏ ਨੇ ਤੇ ਕਹਿਣ ਲੱਗਿਆ ਹੱਥ ਜੋੜ ਕਰਕੇ, ਮਹਾਰਾਜ ਜੀ ਤੁਸੀਂ ਮੇਰੇ ਘਰ ਦੇ ਵਿੱਚ ਆ ਕਰਕੇ ਮੇਰੇ ਘਰ ਨੂੰ ਪਵਿੱਤਰ ਕੀਤਾ। ਜਿਸ ਤਰ੍ਹਾਂ ਦੁਰਯੋਧਨ ਦੇ ਘਰ ਨੂੰ ਛੱਡ ਕਰਕੇ ਨਾ ਦੁਰਯੋਧਨ ਦੇ ਅੰਦਰ ਹੰਕਾਰ ਸੀ ਤੇ ਉਹਦੇ ਹੰਕਾਰ ਨੂੰ ਦੂਰ ਕਰਕੇ ਤੇ ਮਹਾਰਾਜ ਤੁਸੀਂ ਬੀਦਰ ਦੀ ਲਾਜ ਰੱਖੀ ਸੀ। ਰਾਜਨ ਕੌਣ ਤੁਮਾਰੇ ਆਵੇ, ऐसा भाव विदुर को देखे और गरीब मोहित भाव हस्ती देख भरम ते झूला श्री भगवान ना जाने। ते महाराज तुसी ਉਹਨੂੰ ਛੱਡ ਕਰਕੇ ਜਿੱਦਾਂ ਦੁਰਯੋਧਨ ਨੂੰ ਛੱਡ ਕਰਕੇ ਭਗਵਾਨ ਕ੍ਰਿਸ਼ਨ ਜੀ ਨਾ ਬੀਦਰ ਦੇ ਘਰ ਦੇ ਵਿੱਚ ਜਾ ਕਰਕੇ ਬੀਦਰ ਦੀ ਇੱਜ਼ਤ ਰੱਖਣੀ ਕੀਤੀ ਤੇ ਬੀਦਰ ਨੂੰ ਨਿਵਾਜਣਾ ਕੀਤਾ। देखो भोजन छक करके चरित्र पवित्र पवित्र। महाराज जी तुहाडे जिहड़े चरित्र ने बड़े विचित्र हैं ते बड़े पवित्र ते महान हैं। को कह सके आपके चित्र। महाराज जी कौन कह सकदा आप जी दे पवित्र गुणां नूं। गुर पर्यंत पर पहुंचे जगह। जो सच्चे पातशाह जी ने भोजन छक करके पलंगे के उत्ते महाराज जी जो पहुंचे भोजन यज्ञ त्रिया चुकबै। सास में फिर भाई सतू अपनी घरवाली के नाल भोजन छक करके उन दंपत बिजना ले गए। फिर दोनों पति पत्नी फिर पखा ले करके ना महाराज जी के कोल गए। कौन प्रेम सो हाकत पे। महाराज जी बड़े प्रेम दे नाल पखा झलदे हन। सुंदर निर्दल चरण को कह महाराज जी ने बड़े सुंदर चरणन फड़ करके चांपत चौक चार को चह। महाराज जी के चरणों बड़े सुंदर ने बड़ी शोभा पाते ने ते महाराज के चरणों फड़ करके ना मुट्ठी चापी कर देने। जिस जिस सिख को सुध तब होई। जिस सिख नूं लाहौर दे अंदर खबर पता लगी ना भी सच्चे पातशाह लाहौर दे विच आए हुए ने। दर्शन को आए सब कोई। सारे महाराज दे दर्शन करने वास्ते आ रहे ने। तर तर पेट बंधना ठान है। अपनी अपनी दसवंत दी कमाइयां ले ले करके ना भेटा ले ले करके ते महाराज दे अगे रख देने। मनोकामना बिने बखान है। फिर आप मांगियां बेनतियां करदे सच्चे पातशाह साडी ये इच्छा है, ये मेरी मन की कामना है, ये मेरी पूरी करो। इसी प्रकार निसावट गई। इस तरह महाराज जी अगे बेनतियां करदे होया गुरसिखां दियां ते साध संगत जी जिहड़ी रात है ना वो बध गई। सुख सेजा पर निंद्रा लई। सच्चे पातशाह जी कोमल सेजा के उत्ते पै करके नींद लेन लग पए। निकट सिखे सब ही पर सोए। साध संगत जी गुरसिख होर वो भी कोले सौ गए। विधि चंद आदत है जोए।
ਭਾਈ ਜੇਠਾ ਜੀ, ਭਾਈ ਪੈੜਾ ਮੋਖਾ ਜੀ, ਇਹ ਜਿਹੜੇ ਪੰਜ ਸਿੱਖ ਨੇ ਮਹਾਰਾਜ ਦੇ ਕੋਲ ਹੀ ਪੈ ਗਏ। ਜਾਮ ਜਾਮਨੀ ਜਾਗਰਨ ਕੀਨਾ, ਜਦੋਂ ਇੱਕ ਪਹਿਰ ਰਾਤ ਰਹਿ ਗਈ ਨਾ ਤੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ। ਸੋਚਾ ਚਾਲ ਸਗਲ ਕਰ ਲੀਨਾ, ਸਾਧ ਸੰਗਤ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠੇ, ਉੱਠ ਕਰਕੇ ਸੋਚ ਪਵਿੱਤਰਤਾ ਕਰੀ। ਤਨ ਇਸ਼ਨਾਨ ਜਲ ਨਿਰਮਲ ਸਾਤ, ਤੇ ਮਹਾਰਾਜ ਜੀ ਨੇ ਦਾਤਨ ਕੁੱਲਾ ਆਦਿ ਕਰਕੇ ਨਾ ਤੇ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ ਪਵਿੱਤਰ ਜਲ ਦੇ ਨਾਲ। ਇੱਕ ਚਿਤ ਬੈਠ ਰਹੇ ਗੁਰ ਨਾਥ, ਸੱਚੇ ਪਾਤਸ਼ਾਹ ਇੱਕ ਚਿਤ ਹੋ ਕਰਕੇ ਮਹਾਰਾਜ ਜੀ ਆਪਣੇ ਨਿੱਜੀ ਸਰੂਪ ਦੇ ਵਿੱਚ ਧਿਆਨ ਜੋ ਕਰਕੇ ਬੈਠ ਗਏ। ਉਨ੍ਹੇ ਪ੍ਰਕਾਸ਼ ਪਇਓ ਰੰਗ ਚੜਿਓ, ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਫਿਰ ਜਦੋਂ ਆਕਾਸ਼ ਦੇ ਅੰਦਰ ਸੂਰਜ ਚੜਿਆ, ਸਭ ਸੰਗਤ ਸੁਨ ਸੁਨ ਮੁਦ ਵਟਿਓ, ਜਦੋਂ ਸੰਗਤ ਨੂੰ ਪਤਾ ਲੱਗਿਆ ਨਾ ਲਾਹੌਰ ਦੇ ਅੰਦਰ, ਤੇ ਸਾਧ ਸੰਗਤ ਬੜੇ ਆਨੰਦ ਸਹਿਤ ਹੋ ਕਰਕੇ ਆਏ ਆਏ ਦਰਸ਼ਨ ਕੋ ਕਰਹਿ, ਸਾਰੀ ਸੰਗਤ ਆ ਕਰਕੇ ਨਾ ਸੱਚੇ ਪਾਤਸ਼ਾਹ ਜੀ ਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਸ਼ਨ ਕਰਦੀਆਂ ਨੇ। ਬੰਦੇ ਚਰਨ ਉਪਾਇਨ ਕਰਹਿ, ਤੇ ਮਹਾਰਾਜ ਜੀ ਦੇ ਅੱਗੇ ਜਾ ਕਰਕੇ ਨਾ ਭੇਟਾ ਤੇ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਮੱਥਾ ਟੇਕਦੀਆਂ ਨੇ। ਸਭੇ ਆਤਮਲ ਚਲ ਕਰ ਆਇਓ, ਤੇ ਸਾਧ ਸੰਗਤ ਜੀ ਉਸ ਸਮੇਂ ਗੋਬਿੰਦਵਾਲ ਸਾਹਿਬ ਤੋਂ ਜਿਹੜਾ ਆਤਮਲ ਸੀ ਨਾ ਬਾਬਾ ਮੋਹਰੀ ਜੀ ਦਾ ਪੁੱਤਰ, ਉਹ ਵੀ ਚੱਲ ਕੇ ਆਇਆ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ, ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਆ ਕਰਕੇ ਮਿਲਿਆ ਤੇ ਮਹਾਰਾਜ ਨੂੰ ਮੱਥਾ ਟੇਕਿਆ। ਜੇਠੋ ਪੁੱਤਰ ਮੋਹਰੀ ਕੇਰਾ, ਇਹ ਜਿਹੜਾ ਵੱਡਾ ਪੁੱਤਰ ਸੀ ਬਾਬਾ ਮੋਹਰੀ ਜੀ ਦਾ ਆਤਮਲ ਜੀ, ਪਰ ਕਰ ਅੰਤ ਮਿਲੇ ਕਿਸ ਤੇ ਤੇਰਾ, ਗੱਲ ਵਕੜੀ ਪਾ ਕਰਕੇ ਨਾ ਗੁਰੂ ਸਾਹਿਬ ਜੀ ਨਾਲ ਬੜੇ ਪ੍ਰੇਮ ਦੇ ਨਾਲ ਆ ਕੇ ਮਿਲਿਆ। ਸਾਦਰ ਨਿਕਟ ਬਿਠਾਵਨ ਤੇ ਕਰਿਓ, ਬੜੇ ਸਤਿਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਬਿਠਾਣਾ ਕੀਤਾ। ਪ੍ਰਿਥਕ ਸਬੰਧੇ ਹੋਏ ਹਿਤ ਤੇ ਤਰਿਓ, ਮਹਾਰਾਜ ਨੇ ਸਾਰੇ ਸਿੱਖਾਂ ਤੋਂ ਹੋਰਾਂ ਤੋਂ ਬਾਬਾ ਆਤਮਲ ਜੀ ਨੂੰ ਬੱਦਰਾ ਕੱਢ ਕੇ ਜਿਸ ਪ੍ਰਕਾਰ ਕੋ ਕਾਰਨ ਕਰਨਾ, ਤੇ ਜਿਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਕਾਰਜ ਕਰਨਾ ਹੈ, ਨਿਕਟ ਆਤਮਲ ਕੇ ਸੋ ਕਰਨਾ, ਉਹ ਸਾਰੀ ਵਾਰਤਾ ਨਾ ਸੱਚੇ ਪਾਤਸ਼ਾਹ ਜੀ ਨੇ ਆਤਮਲ ਜੀ ਨੂੰ ਦੱਸੀ। ਹਮਰੇ ਕੰਤੋ ਹੈ ਅਭਯੰਤ, ਮਹਾਰਾਜ ਜੀ ਕਹਿਣ ਲੱਗੇ ਵੀ ਜਿਹੜਾ ਸਾਡਾ ਸਰੀਰ ਆ ਨਾ ਹੁਣ, ਇਹ ਸਰੀਰ ਦਾ ਅੰਤ ਸਮਾਂ ਆ ਗਿਆ। ਤਜਦੇ ਕੋ ਸਭ ਸੁਨੋ ਬਿਰਤੰਤ, ਇਹ ਸਾਡੇ ਸਰੀਰ ਨੂੰ ਛੱਡਣ ਵਾਸਤੇ ਜਿਹੜਾ ਅੰਤ ਦਾ ਸਮਾਂ ਆਉਣ ਲੱਗਿਆ ਨਾ, ਵੀ ਅਸੀਂ ਸਰੀਰ ਕਿਸ ਤਰ੍ਹਾਂ ਛੱਡਣਾ ਹੈ, ਉਹ ਵਰਤਾਂਤ ਸੁਣਨਾ ਕਰੋ। ਮਹਾਨ ਵਿਰੋਧੀ ਹਮਰੇ ਜੀ ਹੈ, ਮਹਾਰਾਜ ਕਹਿਣ ਲੱਗੇ ਸਾਡੇ ਵਿਰੋਧੀ ਬਹੁਤ ਨੇ ਤੇ ਬਹੁਤ ਹੋਏ ਵੀ ਨੇ, ਤੇ ਸੂਲੀ ਖਾਂ ਸੂਬੀ ਖਾਂ ਕਰਕੇ ਉਹ ਹੋ ਕੇ ਮਰ ਵੀ ਗਏ, ਤੇ ਜਿਹੜੇ ਹੁਣ ਹੋਰ ਵੀ ਨੇ ਬਹੁਤ ਹਨ। ਸਿਰੇ ਅਪਰਾਧ ਤਿਨਹੂ ਕੀਤੇ ਹੈ, ਚੱਲੂ ਵਰਗੇ ਜਿਹੜੇ ਦੋਸ਼ੀ ਨਾ ਪਾਪੀ, ਜਿਹੜੇ ਈਰਖਾ ਕਰਦੇ ਨੇ ਗੁਰੂ ਘਰ ਦੇ ਨਾਲ ਸਾਡੇ ਨਾਲ, ਤੇ ਬੜੇ ਪਾਪੀ ਨੇ, ਉਹਨਾਂ ਦੇ ਉੱਤੇ ਅਸੀਂ ਅਪਰਾਧ ਦੇ ਕਰਕੇ ਅਪਰਾਧੀ ਜਬ ਹੋਏ ਵਿਸਾਲਾ, ਤੇ ਅਸੀਂ ਆਪਣੇ ਸਰੀਰ ਦਾ ਜਿਹੜਾ ਠੀਕਰਾ ਉਹਨਾਂ ਦੇ ਭੰਨ ਕਰਕੇ ਨਾ, ਤੇ ਉਹਨਾਂ ਨੂੰ ਦੋਸ਼ੀ ਦੇ ਕਰਕੇ ਜਦੋਂ ਬਹੁਤ ਭਾਰੇ ਉਹ ਦੋਸ਼ੀ ਹੋ ਜਾਣਗੇ ਨਾ, ਬਹੁਤ ਵੱਡੇ ਅਪਰਾਧੀ ਬਣ ਜਾਣਗੇ। ਉਚਿਤ ਸਜਾਏ ਬਨਹਿ ਤਿਸ ਕਾਲਾ, ਫਿਰ ਉਹ ਸਜ਼ਾ ਦੇ ਹੱਕਦਾਰ ਹੋਣ, ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਵੀ ਸਜ਼ਾ ਮਿਲੇਗੀ, ਤੇ ਇੱਥੇ ਲੋਕ ਦੇ ਅੰਦਰ ਵੀ ਉਹਨਾਂ ਨੂੰ ਸਜ਼ਾ ਮਿਲੇਗੀ। ਸ੍ਰੀ ਹਰਿ ਗੋਬਿੰਦ ਚੰਦ ਬਿਲੰਦੈ, ਤੇ ਉਸ ਵੇਲੇ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ
ਜਿਹੜੇ ਸਾਡੇ ਸਪੁੱਤਰ ਹਨ, संकट देह दुष्ट हाथ बिंदै ਇਸ ਪਾਪੀ ਨੂੰ ਨਾ ਫਿਰ ਸਾਡਾ ਪੁੱਤਰ ਬਹੁਤ ਇਸ ਨੂੰ ਸਜ਼ਾ ਦੇਵੇਗਾ। सुनत आत्मल पूजन करे ਤੇ ਫਿਰ ਹਾਕਮਾਲ ਜੀ ਸੁਣ ਕਰਕੇ ਨਾ ਤੇ ਸਾਧ ਸੰਗਤ ਇਸ ਵੇਲੇ ਕਹਿਣ ਲੱਗਿਆ कहो मोहे किमतन पर हरे ਤੇ ਮਹਾਰਾਜ ਫਿਰ ਇਹ ਵੀ ਦੱਸੋ, ਹੁਣ ਮੈਂ ਵੀ ਜਿਹੜਾ ਸਰੀਰ ਹੈ ਨਾ ਉਹ ਸੰਸਾਰ ਦੇ ਅੰਦਰ ਬਹੁਤਾ ਚਿਰ ਨਹੀਂ ਮੈਂ ਰੱਖਣਾ। श्री अर्जन सब तात बखानी ਤੇ ਉਸ ਵੇਲੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ चंदू दूते कंत महानी ਤੇ ਕਹਿਣ ਲੱਗੇ ਜਿਹੜਾ ਚੰਦੂ ਦੂਤਾ ਨਾ ਉਹ ਬਹੁਤ ਭਾਰੀ ਤੇ ਫਿਰ ਉਹ ਸਾਡੇ ਨਾਲ ਈਰਖਾ ਕਰਦਾ ਹੈ, ਬਹੁਤ ਉਹ ਸਾਡੀ ਚੁਗਲੀ ਕਰਦਾ ਹੈ। प्रथम कहत एह चोर ਤੇ लगावे ਪਹਿਲਾਂ ਤਾਂ ਉਹਨੇ ਸਾਡੇ ਉੱਤੇ ਚੋਰੀ ਦਾ ਜਿਹੜਾ ਇਲਜ਼ਾਮ ਸੀ ਨਾ ਉਹ ਲਾਣਾ ਕੀਤਾ साहो समाज मिले दुर्गावे ਤੇ ਜਿਹੜਾ ਬਾਦਸ਼ਾਹ ਦਾ ਚੋਰੀ ਸਮਾਨ ਹੋਇਆ ਸੀ ਨਾ ਜਿੰਨਾ ਵੀ ਤੇ ਉਹ ਸਾਡੇ ਉੱਤੇ ਦੋਸ਼ ਲਾਣਾ ਕੀਤਾ ਉਸਨੇ। उन्हें सुजाता एक चले आयो ਤੇ ਫਿਰ ਉਹਦਾ ਜਹਾਂਗੀਰ ਦਾ ਬਾਦਸ਼ਾਹ ਦਾ ਪੁੱਤਰ ਸਹਿਜਾਦਾ ਸਾਡੇ ਕੋਲ ਆਇਆ ਸੀ ਚੱਲ ਕਰਕੇ। दीन जानते भोजन खुआयो ਅਸੀਂ ਤਾਂ ਉਹਨੂੰ ਦੀਨ ਜਾਣ ਕਰਕੇ ਗਰੀਬ ਜਾਣ ਕਰਕੇ, ਕਿਉਂਕਿ ਗੁਰੂ ਦਾ ਦਰ ਐਸਾ ਨਾ ਜਿਹੜਾ ਸਾਧ ਸੰਗਤ ਜੀ ਜਿਹੜਾ ਮਰਜ਼ੀ ਆ ਜਾਵੇ, ਇੱਥੇ ਇਹ ਨਹੀਂ ਹੈ ਕਿ ਇਹ ਗਰੀਬ ਹੈ ਅਮੀਰ ਹੈ, ਇਹ ਦੁਸ਼ਮਣ ਹੈ ਮਿੱਤਰ ਹੈ, ਕੋਈ ਆ ਜੇ ਗੁਰੂ ਘਰ ਦੇ ਵਿੱਚ ਜਿਹੜਾ ਚੱਲ ਕੇ ਆ ਗਿਆ ਨਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਬਖਸ਼ ਦਿੰਦੇ। ਤੇ ਸਾਧ ਸੰਗਤ ਜੀ ਮਹਾਰਾਜ ਦੇ ਲੰਗਰਾਂ ਦੇ ਵਿੱਚ ਕੋਈ ਆ ਜੇ ਨਾ ਤੇ ਉਹ ਪ੍ਰਸ਼ਾਦਾ ਪਾਣੀ ਛਕ ਸਕਦਾ ਹੈ। ਇਹ ਨਹੀਂ ਦੇਖਿਆ ਜਾਂਦਾ ਕਿ ਇਹ ਦੁਸ਼ਮਣ ਹੈ ਕਿ ਮਿੱਤਰ ਹੈ ਕਿ ਗਰੀਬ ਹੈ ਕਿ ਉੱਚਾ ਕਿ ਨੀਵਾਂ ਹੈ। ਤੇ ਫਿਰ ਕੋਈ ਵੀ ਆ ਜਾਵੇ ਚੱਲ ਕਰ, ਇਹ ਨਹੀਂ ਹੈ ਵੀ ਇਹ ਉੱਚੀ ਜਾਤੀ ਦਾ ਕਿ ਨੀਵੀਂ ਜਾਤੀ ਦਾ। ਤੇ ਸਾਧ ਸੰਗਤ ਜੀ ਕੋਈ ਚੱਲ ਕੇ ਆਵੇ ਤੇ ਉਹਨੂੰ ਪ੍ਰਸ਼ਾਦਾ ਪਾਣੀ ਉਹਨੂੰ ਜ਼ਰੂਰ ਮਿਲਦਾ ਹੈ। ਇਸੇ ਤਰ੍ਹਾਂ ਜਿਹੜਾ ਖੁਸਰੋ ਸੀ ਨਾ ਜਹਾਂਗੀਰ ਦਾ ਸਹਿਜਾਦਾ, ਤੇ ਉਹ ਚੱਲ ਕੇ ਆਇਆ ਮਹਾਰਾਜ ਜੀ ਦੇ ਕੋਲ, ਕਿਉਂਕਿ ਉਹਨੇ ਬਗਾਵਤ ਕੀਤੀ ਸੀ। ਤੇ ਫਿਰ ਉਹ ਬਾਗੀ ਬਣ ਕਰਕੇ ਨਾ ਜਹਾਂਗੀਰ ਦੇ ਕੋਲ ਤੇ ਮਹਾਰਾਜ ਜੀ ਕੋਲ ਪਹੁੰਚਿਆ ਤਰਨਤਾਰਨ ਸਾਹਿਬ। ਤੇ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਗਰੀਬ ਜਾਣ ਕਰਕੇ ਨਾ ਸ਼ਾਰਤ ਦਿੱਤੀ ਸੀ, ਤੇ ਉਹਦਾ ਇਲਜ਼ਾਮ ਵੀ ਸਾਡੇ ਉੱਤੇ ਲਾਉਂਦਾ ਹੈ। ਇਹ ਡੂਟੀ ਹੀਨ ਸਮਤ ਮੰਦ ਇਹ ਖੋਟੀ ਮਤ ਮੰਦ ਵਾਲਾ ਨਾ ਜਿਹੜਾ ਚੰਦੂ ਇਹਨੇ ਚੁਗਲੀ ਕੀਤੀ ਹੈ। ਸਾਹੋ ਸਿਖਾਏ ਰਿਸਾਏ ਬਿਲੰਦ ਇਹ ਚੁਗਲੀਆਂ ਕਰ ਕਰਕੇ ਨਾ ਜਹਾਂਗੀਰ ਬਾਦਸ਼ਾਹ ਨੂੰ ਸਿਖਾਉਂਦਾ ਹੈ। ਦੋਏ ਲਾਖ ਲਿਖ ਦੰਡ ਪਠਾਇਓ ਤੇ ਸਾਡੇ ਕੋਲ ਨਾ ਇਹਨੇ 2 ਲੱਖ ਰੁਪਇਆ ਦੰਡ ਤੇ ਦੇ ਕਰਕੇ ਲਿਖਾ ਕਰਕੇ ਸਾਡੇ ਕੋਲ ਭੇਜਿਆ ਹੈ। ਅਹਦੀ ਲੈ ਹਮਰੇ ਡਿਗ ਆਇਓ ਫਿਰ ਐਦੀ ਲੈ ਕਰਕੇ ਨਾ ਸਿਪਾਹੀ ਲੈ ਕਰਕੇ ਸਾਡੇ ਕੋਲ ਆਇਆ ਹੈ। ਜਾਂ ਤੇ ਮਹਾਨ ਦੁਸ਼ਟ ਹੈ ਇਹ ਇਸ ਕਰਕੇ ਚੰਦੂ ਜਿਹੜਾ ਨਾ ਬਹੁਤ ਦੁਸ਼ਟੀ ਕਪਟੀ ਬੰਦਾ ਹੈ। ਇਹ ਦੋਸ਼ ਤਜਨ ਤਨ ਸੇ ਜਿਸ ਤੇਰੀ ਅਸੀਂ ਆਪਣੇ ਸਰੀਰ ਦਾ ਜਿਹੜਾ ਦੋਸ਼ ਆ ਨਾ ਇਸ ਪਾਪੀ ਦੇ ਉੱਤੇ ਤੇ ਇਸ ਪਾਪੀ ਦੇ ਉੱਤੇ ਲਾਣਾ ਹੈ। ਕੰਨ ਹੈ ਕੋ ਹੈ ਸਾਪ ਹਮਾਰੇ ਫਿਰ ਜਿਹੜਾ ਕਾਨਾ ਸੀ ਨਾ ਜਦੋਂ ਮਹਾਰਾਜ ਜੀ ਬਾਣੀ ਲਿਖਦੇ ਸਨ ਤੇ ਉਸ ਵੇਲੇ ਲਾਹੌਰ ਤੋਂ ਚੱਲ ਕਰਕੇ ਕਾਨਾ ਆਇਆ ਸੀ। ਤੇ ਜਦੋਂ ਮਹਾਰਾਜ ਨੇ ਬਾਣੀ ਦਰਜਨਾ ਨਾ ਕੀਤੀ ਉਹਦੀ, ਤੇ ਫਿਰ ਉਸ ਵੇਲੇ ਉਹਨੇ ਆਪਣੇ 10ਵੇਂ ਦੁਆਰ ਰਾਹੀਂ ਨਾ ਮਹਾਰਾਜ ਦਾ ਆਉਣ ਵਾਲਾ ਸਮਾਂ ਦੇਖ ਲਿਆ ਸੀ ਉਸਨੇ। ਤੇ ਫਿਰ ਉਹ ਵੀ ਜਿਹੜੇ ਬਚਨ ਬੋਲ ਕੇ ਗਿਆ ਨਾ ਤੇ ਫਿਰ ਉਹ ਵੀ ਹੁਣ ਪੂਰੇ ਹੋਣੇ ਨੇ। ਤਨ ਤਿਆਗ ਹਉ ਇੱਕ ਕਰਨ ਨਜ਼ਾਰੇ ਤੇ ਫਿਰ ਹਾਂਜੀ ਤਨ ਤਿਆਗ ਹਉ ਇੱਕ ਕਰਨ ਨਜ਼ਾਰੇ ਇਹ ਅਸੀਂ ਜਿਹੜਾ ਤਨ ਸਰੀਰ ਹੈ ਇਹਨਾਂ ਦੇ ਚੰਦੂ ਦੇ
ਆਸਰੇ ਇਹਨਾਂ ਦੇ ਘਰ ਦੇ ਵਿੱਚ ਛੱਡਣਾ ਹੈ। ਉਨ ਹਮਰੇ ਨਾਨੇ ਬਚਤੇ ਹੋ। ਫਿਰ ਸਾਡਾ ਜਿਹੜਾ ਨਾਨਾ ਸੀ ਨਾ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹੀ ਦੇ ਵਚਨ ਹਨ। ਮਾਤਾ ਨੇ ਜਬ ਹੀ ਬਰਦੇ ਹੋ। ਜਦੋਂ ਸਾਡੀ ਮਾਤਾ ਨੇ ਨਾ ਇਹ ਵਰ ਦਿੱਤਾ ਸੀ, ਕਿਉਂਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨਾ ਅੰਮ੍ਰਿਤ ਵੇਲੇ ਨਿੱਜੀ ਸਰੂਪ ਦੇ ਵਿੱਚ ਮਹਾਰਾਜ ਜੀ ਬੈਠੇ ਸਨ, ਤੇ ਫਿਰ ਜਦੋਂ ਬੀਬੀ ਭਾਨੀ ਜੀ ਨੇ ਦੇਖਿਆ ਨਾ ਕਿ ਕੀੜਾ ਜਿਹੜਾ ਉਹਦਾ ਪਾਵਾ ਟੁੱਟਣ ਵਾਲਾ ਹੈ, ਤੇ ਬੀਬੀ ਭਾਨੀ ਜੀ ਨੇ ਉਹ ਜਿਹੜਾ ਪਾਵੇ ਟੁੱਟਣ ਦੀ ਬਜਾਏ ਆਪਣਾ ਪੈਰ ਲਾ ਦਿੱਤਾ। ਤੇ ਸਾਧ ਸੰਗਤ ਉਹ ਪੈਰ ਲਾ ਜਦੋਂ ਲਾਇਆ ਨਾ, ਤੇ ਬਹੁਤ ਉਸ ਵਿੱਚੋਂ ਖੂਨ ਵਗਿਆ, ਤੇ ਵਜਨ ਆਉਣ ਕਾਰਨ ਕਰਕੇ ਜਿਹੜੀ ਲੱਕੜ ਸੀ ਨਾ ਉਹ ਵਿੱਚ ਧਸ ਗਈ। ਜਦੋਂ ਖੂਨ ਬਹੁਤ ਚੱਲ ਪਿਆ, ਗੁਰੂ ਅਮਰਦਾਸ ਮਹਾਰਾਜ ਜੀ ਉੱਤੇ ਉੱਠ ਕਰਕੇ ਮਹਾਰਾਜ ਕਹਿਣ ਲੱਗੇ, ਦੇਖ ਪੁੱਤਰੀ ਤੇਰੀ ਸੇਵਾ ਬੜੀ ਮਹਾਨ ਹੈ, ਅੱਜ ਤੇਰੀ ਸੇਵਾ ਸਫਲ ਹੋਈ ਹੈ, ਜੋ ਤੂੰ ਮੰਗੇਗੀ ਨਾ ਉਹ ਤੈਨੂੰ ਮਿਲੇਗਾ। ਇਸ ਵੇਲੇ ਬੀਬੀ ਭਾਨੀ ਜੀ ਨੇ ਕਿਹਾ ਸੀ ਕਿ ਜਿਹੜੀ ਗੁਰਤਾ ਗੱਦੀ ਹੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਹੈ, ਜੇ ਉਹ ਘਰ ਦੇ ਵਿੱਚ ਘਰ ਵਿੱਚ ਹੀ ਰਹੀ, ਕਿਉਂਕਿ ਜੇ ਬਾਹਰ ਜਦੋਂ ਸੇਵਕ ਨੂੰ ਮਿਲਦੀ ਹੈ ਤੇ ਬੜੇ ਲੜਾਈ ਝਗੜੇ ਆਦਿ ਹੁੰਦੇ ਨੇ, ਤੇ ਫਿਰ ਇਹ ਜਿਹੜੇ ਬਚਨ ਆ ਨਾ ਬੀਬੀ ਭਾਨੀ ਜੀ ਨੇ ਲੈਣਾ ਕੀਤੇ ਵੀ ਜਿਹੜੀ ਗੁਰਤਾ ਗੱਦੀ ਹੈ ਨਾ ਇਹ ਸਾਡੇ ਘਰ ਦੇ ਵਿੱਚ ਹੀ ਰਹੇ। ਗੁਰਤਾ ਹੈ ਹਮਾਰੇ ਘਰ ਮੈਂ। ਫਿਰ ਗੁਰਤਾ ਗੱਦੀ ਸਾਡੇ ਘਰ ਦੇ ਵਿੱਚ ਰਹੇ। ਆਪਣੇ ਹੈ ਜਾਵੇ ਬੰਸ ਅਪਰ ਮੈਂ। ਤੇ ਹੋਰ ਬੰਸ ਦੇ ਵਿੱਚ ਹੋਰ ਕਿਸੇ ਦੇ ਕੋਲ ਨਾ ਜਾਵੇ। ਚਲਤਾ ਚਲ ਚਲਤਾ ਤੁਮ ਰੋਕਿਓ। ਤੇ ਗੁਰੂ ਅਮਰਦਾਸ ਮਹਾਰਾਜ ਨੇ ਵਚਨ ਕੀਤੇ, ਇਹ ਪੁੱਤਰੀ ਜਿਸ ਤਰ੍ਹਾਂ ਨਦੀ ਦਾ ਜਲ ਨਾ ਕੋਈ ਰੋਕ ਦਵੇ, ਹੋਏ ਹੈ ਸੰਕਟ ਏਵ ਬਿਲੋਕਿਓ। ਤੈਂ ਨਦੀ ਦੇ ਜਲ ਨੂੰ ਰੋਕਣਾ ਕੀਤਾ ਹੈ। ਤੇ ਫਿਰ ਜਦੋਂ ਹੁਣ ਇਸ ਘਰ ਦੇ ਅੰਦਰ ਬਹੁਤ ਵੱਡੇ ਜਿਹੜੇ ਸੰਕਟ ਨੇ ਨਾ ਉਹ ਹੋਣਗੇ, ਸੋ ਅਬ ਬੁਰੇ ਕਰੇ ਹਮ ਸਾਚੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਆਪਣੇ ਨਾਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾ ਜਿਹੜੇ ਵਚਨ ਨੇ ਉਹ ਅਸੀਂ ਪੂਰੀ ਕਰਨੇ ਨੇ। ਸਮੈ ਨਿਕਟ ਤੇ ਤਨ ਹੈ ਬਾਚੇ। ਫਿਰ ਸਾਡੇ ਸਰੀਰ ਦਾ ਜਿਹੜਾ ਸਮਾਂ ਨਾ ਉਹ ਨੇੜੇ ਆ ਗਿਆ ਹੈ। ਸੋ ਸਭ ਕਾਰਨ ਆਏ ਮਿਲੇ ਹੈ। ਤੇ ਉਹ ਸਾਰੇ ਕਾਰਨ ਜਿੰਨੇ ਵੀ ਨਾ ਉਹ ਮਿਲ ਕਰਕੇ ਹੁਣ ਆ ਗਏ। ਅਬ ਤਨ ਤਿਆਗਨ ਲਗਿਓ ਪਲੇ ਹੈ। ਤੇ ਫਿਰ ਇਹ ਜਿਹੜਾ ਸਾਡਾ ਸਰੀਰ ਤਿਆਗਣ ਦਾ ਸਮਾਂ ਨਾ ਉਹ ਹੁਣ ਆ ਗਿਆ ਹੈ। ਸੁਨਤ ਆਰਤ ਮਨ ਸ਼ੋਕ ਵਿਸ਼ਾਲਾ। ਤੇ ਸੁਣ ਕਰਕੇ ਨਾ ਆਰਤ ਮੱਲ ਜੀ ਬਹੁਤ ਜ਼ਿਆਦਾ ਸ਼ੋਕ ਦੇ ਵਿਰਾਗ ਦੇ ਸਮੇਤ ਹੋ ਗਏ। ਰੁਜਰ ਬਿਲੋਚਨ ਤੇ ਜਲ ਡਾਲਾ। ਆਪਣੇ ਨੇਤਰਾਂ ਦੇ ਵਿੱਚੋਂ ਨਾ ਤੇ ਸਾਧ ਸੰਗੀ ਉਹ ਜਲ ਵਹਿ ਤੁਰਿਆ। हे ਪ੍ਰਭ ਤੁਮ ਹਰੇਕ ਸਭ ਸਮੇਂ। ਤੇ ਮਹਾਰਾਜ ਜੀ ਤੁਸੀਂ ਸਾਰੇ ਸਮੇਂ ਦੇ ਤੇ हे ਪ੍ਰਭ ਤੁਮ ਹਰੇਕ ਸਭ ਸਮੇਂ। ਮਹਾਰਾਜ ਜੀ ਤੁਸੀਂ ਹਮੇਸ਼ਾ ਹੀ ਅਲੇਪ ਰਹਿੰਦੇ ਹੋ, ਤੁਹਾਨੂੰ ਕੋਈ ਫਰਕ ਨਹੀਂ ਹੈ। ਜਸ ਲਾਭ ਸੁਖ ਚੋਪਟ ਹਮੈ। ਮਹਾਰਾਜ ਜੀ ਸਾਨੂੰ ਆਪ ਜੀ ਦੇ ਦਰਸ਼ਨਾਂ ਦਾ ਬਹੁਤ ਲਾਭ ਸੀ। ਮਹਾਰਾਜ ਜੀ ਅਸੀਂ ਤਾਂ ਇਹ ਸਮਝਦੇ ਸਨ ਤੁਹਾਡੇ ਦਰਸ਼ਨ ਹੁੰਦੇ ਸੀ ਤੇ ਸਾਡੇ ਪ੍ਰਾਣ ਬਚਦੇ ਸੀ। ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਹੀ ਸਾਡੇ ਜਿਹੜੇ ਪ੍ਰਾਣਾਂ ਦੀ ਸਾਧ ਸੰਗਤ ਜੀ ਗੁਰੂ ਦਾ ਸਿੱਖ ਬਾਣੀ ਤੇ ਬਾਣੇ ਤੋਂ ਗੁਰੂ ਤੋਂ ਬਿਨਾਂ ਬਚ ਨਹੀਂ ਸਕਦਾ। ਹਮੇਸ਼ਾ ਇਹੀ ਚਾਹੁੰਦਾ ਹੈ ਮਹਾਰਾਜ ਆਪ ਜੀ ਦੇ ਦਰਸ਼ਨ ਹੀ ਹੁੰਦੇ ਰਹਿਣ। ਤੇ ਗੁਰੂ ਦੇ ਸਿੱਖ ਤੇ ਸਾਧ ਸੰਗਤ ਜਦੋਂ ਕੰਮ ਵਿਹਾਰ ਆਦਿ ਵੀ ਕਰਦੇ ਹਨ ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਨਿਤਨੇਮ ਕਰਕੇ ਸਭ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਕਰਦੇ ਹਨ, ਕਿਉਂਕਿ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਸਿੱਖ ਬਚ ਨਹੀਂ ਸਕਦਾ। ਜਿਵੇਂ ਸਾਧ ਸੰਗਤ ਜੀ
ਮੱਛੀ ਪਾਣੀ ਤੋਂ ਬਿਨਾਂ ਨਹੀਂ ਨਾ ਬਚ ਸਕਦੀ ਤੇ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਗੁਰੂ ਦੇ ਸਿੱਖ ਬਚ ਨਹੀਂ ਸਕਦੇ। ਬਾਣੀ ਤੋਂ ਬਗੈਰ, ਨਿਤਨੇਮ ਤੋਂ ਬਗੈਰ, ਸਿਮਰਨ ਤੋਂ ਬਗੈਰ ਬਚ ਨਹੀਂ ਸਕਦੇ। ਜਦੋਂ ਸਿਮਰਨ ਨਾ ਹੋਵੇ, ਬਾਣੀ ਨਾ ਪੜ੍ਹੀ ਜਾਵੇ, ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ, ਏਦਾਂ ਲੱਗਦਾ ਵੀ ਸਰੀਰ ਦੇ ਵਿੱਚ ਪ੍ਰਾਣੇ ਨਹੀਂ ਹੈ। ਇਹ ਹਾਲਤ ਹੁੰਦੀ ਹੈ ਗੁਰਸਿੱਖਾਂ ਦੀ। ਤੇ ਸਾਧ ਸੰਗਤ ਇਤਿਹਾਸ ਦੇ ਵਿੱਚ ਬਹੁਤ ਐਸੀ ਸਾਖੀਆਂ ਨੇ ਜਿਨ੍ਹਾਂ ਨੇ ਇਹੀ ਮੰਗਿਆ ਵੀ ਮਹਾਰਾਜ ਸਾਨੂੰ ਹਮੇਸ਼ਾ ਆਪ ਜੀ ਦੇ ਦਰਸ਼ਨ ਹੀ ਹੋਣ। ਮਾਤਾ ਸਾਹਿਬ ਕੌਰ ਜੀ, ਭਾਈ ਰਾਮ ਕੌਰ ਜੀ ਦਾ ਜੀਵਨ ਪੜ੍ਹੀਏ, ਗੁਰਸਿੱਖਾਂ ਦਾ ਜੀਵਨ ਪੜ੍ਹੀਏ ਤੇ ਸਾਧ ਸੰਗਤ ਹਮੇਸ਼ਾ ਇਹ ਮੰਗਿਆ ਮਹਾਰਾਜ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ। ਤੇ ਆਪ ਮਾਲਕ ਜੀ ਵੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਨਿਰਲੇਪ ਰਹਿੰਦੇ ਹੋ ਮਹਾਰਾਜ ਜੀ, ਪਰ ਸਾਡਾ ਜਿਹੜਾ ਜੀਵਨ ਹੈ ਨਾ ਉਹ ਤੁਹਾਡੇ ਦਰਸ਼ਨ ਕਰਕੇ ਹੀ ਜਿੰਦਾ ਹੈ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਅਸੀਂ ਹਮੇਸ਼ਾ ਸੁਖ ਨੂੰ ਪਾਉਂਦੇ ਹਾਂ। ਸਿੱਖ ਸੰਗਤ ਸਭ ਰਹਿ ਨਿਸੂਰਤ। ਮਹਾਰਾਜ ਆਪ ਜੀ ਤੋਂ ਪਿੱਛੋਂ ਜਿਹੜੀ ਸਿੱਖ ਸੰਗਤਾਂ ਨੇ ਬਹੁਤ ਜ਼ਿਆਦਾ ਮਹਾਰਾਜ ਪਰੇਸ਼ਾਨ ਹੋਣਗੀਆਂ। ਕਰਤ ਪ੍ਰੇਮ ਹੇਤ ਤੁਮ ਮੂਰਤ। ਮਹਾਰਾਜ ਜੀ ਤੁਸੀਂ ਬਹੁਤ ਪ੍ਰੇਮ ਦੀ ਹੀ ਮੂਰਤ ਸਰੂਪ ਹੋ। ਕਰੋ ਅਨੇਕਨ ਕੋ ਕਲਿਆਣ। ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਨਾ ਅਨੇਕਾਂ ਦੀ ਕਲਿਆਣੀ ਹੁੰਦੀ ਹੈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਤੇ ਸਾਧ ਸੰਗਤ ਗੁਰੂ ਦੇ ਦਰਸ਼ਨ ਕਰਕੇ ਹੀ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ। ਤੇ ਸਾਧ ਸੰਗਤ ਗੁਰੂ ਦੇ ਦਰਸ਼ਨ ਕਰਕੇ ਹੀ ਜਿਹੜੇ ਲੇਖ ਹਨ ਝੂਠੇ ਲੇਖ ਤੇ ਉਹ ਵੀ ਸਿੱਧੇ ਹੋ ਜਾਂਦੇ। ਜਿਹੜੇ ਗੁਰੂ ਦੇ ਦਰਸ਼ਨ ਕਰਦਾ ਨਾ ਤੇ ਸਾਧ ਸੰਗਤ ਕਰੋੜਾਂ ਪਾਪਾਂ ਦੀ ਮੈਲ ਉਤਰ ਜਾਂਦੀ। ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਕੇ ਹੀ ਤੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਤੇ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ। ਤੇ ਗੁਰੂ ਸਾਹਿਬ ਜੀ ਦੱਸਦੇ ਨੇ ਤੇ ਆਪ ਮਾਲਕ ਜੀ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦੇ ਗੁਰਸਿੱਖ ਆਪ ਜੀ ਦੇ ਦਰਸ਼ਨ ਕਰਕੇ ਤੇ ਉਹਨਾਂ ਦੀ ਕਲਿਆਣ ਹੁੰਦੀ ਹੈ। ਪਰਉਪਕਾਰੀ ਸਦਾ ਮਹਾਨ। ਮਹਾਰਾਜ ਤੁਸੀਂ ਬਹੁਤ ਪਰਉਪਕਾਰੀ ਹੋ ਮਹਾਨ। ਗੁਰ ਕੈ ਜੁਗਤ ਚੰਗੂ ਦੁਖ ਪਾਵੈ। ਮਹਾਰਾਜ ਜੀ ਇਹ ਜਿਹੜੇ ਤੁਰਕ ਨੇ ਨਾ ਇਹਨਾਂ ਦੇ ਸਮੇਤ ਜਿਹੜਾ ਚੰਦੂ ਪਾਪੀ ਹੈ ਉਹ ਦੁੱਖ ਪਾਵੇਗਾ। ਹਰ ਕਰਤਾ ਤੂਰ ਵਿਕ ਕੋ ਕਾਵੈ। ਇਹ ਮਹਾਰਾਜ ਜੀ ਇਹ ਦੁਸ਼ਟ ਲੋਕ ਇਹ ਆਪ ਜੀ ਦੀ ਈਰਖਾ ਰੂਪੀ ਕਰਕੇ ਨਾ ਆਪ ਜੀ ਨੂੰ ਦੁੱਖ ਦੇ ਕਰਕੇ ਕਸ਼ਟ ਦੇ ਕਰਕੇ ਇਹ ਜ਼ਹਿਰੀ ਖਾ ਰਹੇ ਨੇ। ਜਬ ਕਟੇ ਅੰਦਰ ਪਹੁੰਚੇ ਜਾਈ। ਜਦੋਂ ਇਹਨਾਂ ਦੇ ਇਹ ਜ਼ਹਿਰ ਅੰਦਰ ਪਹੁੰਚੇਗੀ ਸੁਖ ਹੈ ਅੰਗ ਪ੍ਰਾਨ ਦਿਲਸਾਈ। ਇਹਨਾਂ ਦੀ ਜ਼ਹਿਰ ਜਦੋਂ ਅੰਦਰ ਪਹੁੰਚੇਗੀ ਨਾ ਇਹਨਾਂ ਦੇ ਪ੍ਰਾਣਾਂ ਨੂੰ ਨਾਸ਼ ਕਰ ਦੇਵੇਗੀ। ਕੈਸੇ ਆਪੇ ਨਾਹਿ ਨ ਜਾਣੈ। ਇਹ ਮਹਾਰਾਜ ਇਹ ਜਾਣਦੇ ਨਹੀਂ ਕਿ ਅਸੀਂ ਜ਼ਹਿਰੀ ਖਾ ਰਹੇ ਹਾਂ। ਸੰਗ ਨਿਰਵੈਰ ਵੈਰ ਜੋ ਠਾਨੈ। ਇਹ ਮਹਾਰਾਜ ਜੀ ਤੁਸੀਂ ਨਿਰਵੈਰ ਹੋ, ਤੁਸੀਂ ਕਿਸੇ ਨਾਲ ਵੈਰ ਨਹੀਂ ਕਰਦੇ ਪਰ ਤੁਹਾਡੇ ਨਾਲ ਇਹ ਵੈਰ ਕਰ ਰਹੇ ਨੇ। ਆਪਦ ਪਰਹਿ ਇਨਹੁ ਪਰ ਜਬੈ। ਜਦੋਂ ਆ ਕਰਕੇ ਇਹਨਾਂ ਦੇ ਉੱਤੇ ਵਿਪਤਾ ਪਵੇਗੀ ਇਸ ਫਲ ਕੋ ਪਾਵਹਿੰਗੇ ਤਬੈ। ਇਹ ਉਹਨਾਂ ਦੇ ਉੱਤੇ ਜਦੋਂ ਵਿਪਤਾ ਪਵੇਗੀ ਨਾ ਉਹ ਫਿਰ ਇਹ ਜਿਹੜਾ ਫਲ ਹੈ ਪਾਪ ਦਾ ਉਹ ਪਾਣਗੇ। ਜੋ ਕਰਤੇ ਨੇ ਕਾਰਨ ਕਰਨੇ। ਜੋ ਕਰਨ ਵਾਲਾ ਨਾ ਸਾਰੇ ਕਾਰਜਾਂ ਨੂੰ ਸੋ ਸਭ ਤੇ ਕਾਰਜ ਹੈ ਸਰਨੇ। ਮਹਾਰਾਜ ਉਹ ਕਾਰਜ ਸਾਰਿਆਂ ਨੂੰ ਸਰਨੇ ਮਹਾਰਾਜ ਆਪ ਜੀ ਕਰਨ ਵਾਲੇ ਹੋ। ਅਗ ਚਲ ਨੀਵ ਰਖੇ ਗੁਰੂ ਨਾਨਕ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਬ ਚਲ ਨੀਵ ਰੱਖ ਕੇ ਗਏ ਨੇ ਗੁਰਸਿੱਖੀ ਦੀ, ਕਿਉਂਕਿ ਗੁਰਸਿੱਖੀ ਹਮੇਸ਼ਾ ਰਹਿਣ ਵਾਲੀ ਹੈ। ਤੇ ਸਾਧ ਸੰਗਤ ਜੀ ਜਿਹੜਾ ਐਸੀ ਨੀਂਹ ਰੱਖ ਕੇ ਗਏ ਨੇ ਬੜੇ ਆਏ ਨੇ ਨੀਂਹ ਪੁੱਟਣ ਵਾਲੇ ਸੰਸਾਰ ਦੇ ਅੰਦਰ। ਤੇ ਸਾਧ ਸੰਗਤ ਜੀ
ਕਹਿੰਦੇ ਨੇ ਨਾ ਸਿੱਖ ਧਰਮ ਨੂੰ ਐਨ ਲੱਗੇ ਵੀ ਅਸੀਂ ਸੰਸਾਰ ਦੇ ਵਿੱਚ ਨਹੀਂ ਰਹਿਣ ਦੇਵਾਂਗੇ। ਬੜੇ ਨੇ, ਅੱਜ ਵੀ ਬੜੇ ਨੇ, ਬੜੇ ਸਾਧ ਸੰਗਤ ਗੁੱਝੀਆਂ ਚਾਲਾਂ ਚੱਲਣ ਵਾਲੇ ਨੇ, ਪਰ ਮਹਾਰਾਜ ਕਹਿੰਦੇ ਬੜੇ ਹੋਏ ਨੇ, ਪਰ ਜਿਹੜੀ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਖੀ ਆ ਨਾ ਤੇ ਸਾਧ ਸੰਗਤ ਇਹ ਅੱਗ ਚੱਲ ਹੈ, ਇਹ ਕਦੀ ਨਾਸ਼ ਨਹੀਂ ਹੋ ਸਕਦੀ। ਜਿਹੜੇ ਚਾਹੁੰਦੇ ਆ ਨਾ ਨਾਸ਼ ਕਰਨਾ, ਉਹਨਾਂ ਦਾ ਹੀ ਨਾਸ਼ ਹੋ ਜਾਂਦਾ ਹੈ। ਪਚ ਹੈ ਨਿੰਦਕ ਦੁਸ਼ਟ ਅਚਾਨਕ, ਜਿਹੜੇ ਗੁਰੂ ਘਰ ਦੀ ਨਿੰਦਿਆ ਕਰਨ ਵਾਲੇ ਨੇ, ਈਰਖਾ ਕਰਨ ਵਾਲੇ, ਉਹ ਆਪ ਹੀ ਪਚ ਜਾਂਦੇ ਨੇ। ਬਹੁਰ ਆਤਮਲ ਚੂਰੇ ਘਾਤ, ਤੇ ਫਿਰ ਸਾਧ ਸੰਗਤ ਜੀ ਤੇ ਉਸ ਵੇਲੇ ਦੋਨੇ ਹੱਥ ਜੋੜ ਕਰਕੇ ਆਤਮਲ ਜੀ ਨੇ ਸੁਨੋ ਬਿਨੇ ਸੇ ਅਰਜਨ ਨਾਥ, ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਸੁਣਾ ਕਰੋ। ਮਮ ਕਾਇਆ ਹੈ ਆਪ ਅਗਾਰੀ, ਮਹਾਰਾਜ ਜੀ ਮੇਰਾ ਜਿਹੜਾ ਸਰੀਰ ਹੈ ਆਪ ਜੀ ਦੇ ਅੱਗੇ ਕਰ ਜੋਜਰ ਤੁਰਕ ਉਖਾਰੀ, ਮਹਾਰਾਜ ਜੀ ਇਹ ਜਿਹੜਾ ਸਰੀਰ ਨਾ ਛੱਡ ਕਰਕੇ ਇਹਨਾਂ ਤੁਰਕਾਂ ਦੀਆਂ ਜੜਾਂ ਪੁੱਟ ਕੇ ਤੁਮ ਬਿਨ ਜਗ ਮੈਂ ਰਹਿ ਨ ਪਾਵੈ, ਮਹਾਰਾਜ ਤੁਹਾਡੇ ਤੋਂ ਬਿਨਾ ਮੈਂ ਸੰਸਾਰ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਮਹਾਰਾਜ ਜੀ ਇਸ ਪਿਆਰੇ ਸੇ ਨਿਹੋ ਇਸ ਆਗੇ ਕਰਮ ਮਰ ਚਲੀ ਹੈ। ਮਹਾਰਾਜ ਜਿਸ ਦੇ ਨਾਲ ਪ੍ਰੇਮ ਹੋਵੇ ਨਾ ਉਹਦੇ ਅੱਗੇ ਹੀ ਮਾਰ ਕੇ ਜਾਣਾ ਚਾਹੀਦਾ ਹੈ। ਮਹਾਰਾਜ ਮੈਂ ਸੰਸਾਰ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ, ਅਬ ਪਰ ਲੋਕ ਚਲਨ ਬਨ ਆਵੈ, ਮਹਾਰਾਜ ਮੇਰਾ ਵੀ ਹੁਣ ਪਰਲੋਕ ਦੇ ਵਿੱਚ ਜਾਣਾ ਹੀ ਬਣ ਆਂਦਾ ਹੈ। ਇਹੋ ਆਗਿਆ ਮੈਂ ਕਰੋ ਚਲਾਨਾ, ਮਹਾਰਾਜ ਮੈਨੂੰ ਵੀ ਤੁਸੀਂ ਆਗਿਆ ਦਿਓ, ਮੈਂ ਵੀ ਇਸ ਸੰਸਾਰ ਨੂੰ ਛੱਡ ਕਰਕੇ ਤੇ ਚਲੇ ਜਾਣਾ ਹੈ। ਆਪ ਰਖੋ ਤਨ ਕਾਲ ਮਹਾਨਾ, ਤੇ ਮਹਾਰਾਜ ਆਪ ਸੱਚੇ ਪਾਤਸ਼ਾਹ ਜੀ ਆਪਣਾ ਸਰੀਰ ਤੁਸੀਂ ਮਹਾਰਾਜ ਬਹੁਤ ਸਮਾਂ ਰੱਖਣਾ ਕਰੋ। ਸ੍ਰੀ ਅਰਜਨ ਸੁਨ ਕਰ ਬਚ ਪ੍ਰੇਮ, ਐਸੇ ਪ੍ਰੇਮ ਵਾਲੇ ਬਚਨ ਸੁਣ ਕਰਕੇ ਨਾ ਆਪ ਮਾਲਿਕ ਜੀ ਦੇ ਤੇ ਮਹਾਰਾਜ ਜੀ ਕਹਿਣ ਲੱਗੇ ਕਹਿਓ ਰਹੋ ਤੁਮ ਤਨ ਯੁੱਧ ਖੇਮ, ਮਹਾਰਾਜ ਜੀ ਨੇ ਆਪਣੇ ਸਵਾਇਮਾਨ ਕੰਡ ਤੋਂ ਬਚਨ ਕੀਤੇ, ਮਹਾਰਾਜ ਕਹਿੰਦੇ ਸਾਡੇ ਤੋਂ ਪਿੱਛੋਂ ਫਿਰ ਤੁਸੀਂ ਆਪਣਾ ਸਰੀਰ ਰਹੀ ਆਰਪਲ ਬਾਸਰ ਚਾਲੇ, ਮਹਾਰਾਜ ਕਹਿੰਦੇ ਤੇਰਾ ਸਰੀਰ ਵੀ ਆਤਮਨ ਜੀ ਸਾਡੇ ਪਿੱਛੋਂ 40 ਦਿਨ ਰਹੇਗਾ। ਤਬ ਤੁਮ ਕਾਇਆ ਤਜੋ ਸੁਖਾਲੇ, ਇਹ 40 ਦਿਨ ਬਾਅਦ ਤੁਸੀਂ ਆਪਣੇ ਸਰੀਰ ਨੂੰ ਸੋਖਾ ਹੀ ਛੱਡ ਕਰਕੇ ਨਿਰਮ ਆਨ ਪਰ ਲੋਕ ਸਮੋਹੀ, ਇਹ ਸਾਡੇ ਨਾਲ ਤੁਸੀਂ ਪਰਲੋਕ ਦੇ ਵਿੱਚ ਸੱਚਖੰਡ ਵਿੱਚ ਆ ਕਰਕੇ ਮਿਲ ਜਾਓਗੇ। ਨਹੀਂ ਵਿਯੋਗ ਕੋ ਦਿਨ ਕੋ ਹੋਈ, ਇਹ ਫਿਰ ਬਹੁਤਾ ਜੀ ਤੁਸੀਂ ਸਾਡੇ ਕੋਲੋਂ ਵਿਛੜੋਗੇ ਨਹੀਂ। ਇਮਦਾ ਤੀਰਜ ਰਾਖਿਓ ਪਾਸੀ, ਇਹ ਫੈਸਲਾ ਸੱਚੇ ਪਾਤਸ਼ਾਹ ਜੀ ਨੇ ਆਤਮਾਲ ਜੀ ਤੀਰਥ ਦੇ ਕਰਕੇ ਰੱਖਿਆ। ਅਨਕ ਰੇਤ ਕੀ ਕਥਾ ਪ੍ਰਕਾਸ਼ੀ, ਅਨੇਕਾਂ ਤਰ੍ਹਾਂ ਦੀ ਹੋਰ ਵਾਰਤਾ ਵੀ ਕਹਿਣਾ ਕੀਤੀ। ਲੰਗਰ ਲਗਿਓ ਹੋਣ ਗੁਰ ਕੇਰਾ, ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਵਾਸਤੇ ਸੀ ਸੰਤਾਂ ਦੇ ਵਾਸਤੇ ਜਿਹੜਾ ਲੰਗਰ ਹੈ ਉਹ ਵਰਣਨ ਕੀਤਾ। ਅਰਥੇ ਸੰਗਤ ਆਨ ਕਨੇਰਾ, ਕਿਆ ਕਰਕੇ ਉਹ ਸੰਗਤਾਂ ਅਰਪਣ ਕਰਦੀਆਂ ਨੇ। ਆਵਰੇ ਸਿਖ ਤੋਲ ਕਰ ਕਨੇ, ਤੇ ਮਹਾਰਾਜ ਨੂੰ ਲੱਭਦੇ ਸਿੱਖ ਸੰਗਤਾਂ ਆ ਰਹੀਆਂ ਨੇ। ਪੂਜ ਪੂਜ ਗਮਨੇ ਸੁਖ ਸਨੇ, ਇਹ ਸਾਧ ਸੰਗਤ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਭੇਟਾ ਲੈ ਕਰਕੇ ਤੇ ਫਿਰ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕਰਕੇ ਸੁਖਾਂ ਦੇ ਸਿਰ ਜਾਂਦੀਆਂ ਨੇ। ਸ੍ਰੀ ਅਰਜਨ ਕੋ ਗੁਰ ਆਗਮਨ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਣਿਆ ਵੀ ਲਾਹੌਰ ਦੇ ਵਿੱਚ ਆਏ ਨੇ। ਬਸਰੇ ਸੁਧ ਲਗ ਤੀਰਥ ਪਵਨ, ਤੇ ਸਾਧ ਸੰਗਤ ਜੀ ਸਾਰੇ ਘਰਾਂ ਦੇ ਵਿੱਚ, ਛੋਟੇ ਵੱਡੇ ਘਰਾਂ ਦੇ ਵਿੱਚ ਜਦੋਂ ਇਹ ਖਬਰ ਪਤਾ ਲੱਗੀ, ਸਰਦਾ ਸਹਿਤ ਪਾਉ ਕੋ ਤਰ ਤਰ, ਤੇ ਬੜੀ ਸ਼ਰਧਾ ਦੇ ਸਮੇਤ ਇਕੱਠੇ ਹੋ ਕਰਕੇ ਬੜੇ ਪ੍ਰੇਮ ਦੇ ਨਾਲ
ਸਿੱਖ ਸੰਗਤਾਂ ਆਉਂਦੀਆਂ ਨੇ ਜਾਏ ਸੰਤਾ ਆਨੰਦ ਕਰ ਤੇ ਕਰ ਬੜੇ ਆਨੰਦ ਸਹਿਤ ਹੋ ਕਰਕੇ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਸੂਰਜ ਉਤਾਰ ਕਰ ਨਤਰੇ ਕਰ ਤੇ ਕਰ ਮਹਾਰਾਜ ਦਾ ਸ੍ਰੇਸ਼ਟ ਜਸ ਉਚਾਰਨ ਕਰ ਕਰਕੇ ਉਪਦੇਸ਼ ਨਿਤ ਸਿਮਰੋ ਹਰ ਹਰ ਤੇ ਉਪਦੇਸ਼ ਕਰਦੀਆਂ ਨੇ ਕਿ ਮਹਾਰਾਜ ਉਪਦੇਸ਼ ਦੇ ਰਹੇ ਨੇ ਭਾਈ ਤੁਸੀਂ ਹਮੇਸ਼ਾ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਜਿਸ ਸਿਮਰਨ ਦੇ ਨਾਲ ਦੁੱਖ ਦੇ ਕਲੇਸ਼ ਤੇ ਪਾਪ ਨੱਠ ਜਾਂਦੇ ਨੇ ਕਿਉਂਕਿ ਮਹਾਰਾਜ ਜੀ ਹਮੇਸ਼ਾ ਹੀ ਭਜਨ ਸਿਮਰਨ ਬਖਸ਼ਦੇ ਨੇ ਦੋਹਰਾ ਸਿੱਖ ਸੰਗਤ ਲਪੁਰੀ ਕੇ ਇਸ ਸਿੱਖ ਸੰਗਤਾਂ ਤੇ ਸਿੱਖ ਸੰਗਤਾਂ ਸਾਧ ਸੰਗੀ ਲਾਹੌਰ ਦੀਆਂ ਸਕਲ ਦਰਸ ਤੋਂ ਆਏ ਇਹ ਸਾਰੀ ਸਿੱਖ ਸੰਗਤਾਂ ਲਾਹੌਰ ਦੀਆਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਬਹਿਰ ਦੂਰ ਕੇ ਸੁਨਤ ਕਿਤ ਇਹ ਸਾਧ ਸੰਗੀ ਕੋਈ ਬਾਹਰੋਂ ਦੂਰੋਂ ਜਿੱਥੇ ਵੀ ਪਤਾ ਲੱਗਦਾ ਹੈ ਆਨ ਪਏ ਸੁਣਦਾਏ ਇਹ ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ ਨੇ ਸਵਈਆ ਚੰਦ ਆਨ ਉਪਾਇਨ ਅਰਥੇ ਦਰਸੇ ਮਹਾਰਾਜ ਜੀ ਵਾਸਤੇ ਨਾ ਭੇਟਾ ਦੇਣੇ ਕਰਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ ਵੱਡੇ ਭਾਗ ਸੁਨ ਸੁਨ ਉਪਦੇਸ਼ ਜਿਹੜੇ ਜਿਨ੍ਹਾਂ ਦੇ ਵੱਡੇ ਭਾਗ ਆ ਨਾ ਉਹ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਦੇ ਹਨ ਇਤਰਾ ਸਾਧ ਸੰਗਤ ਜੀ ਆਪ ਜੀ ਬੈਠੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਦੀਆਂ ਨੇ ਤੇ ਇਸੇ ਤਰ੍ਹਾਂ ਸਿੱਖ ਸੰਗਤਾਂ ਦੂਰੋਂ ਨੇੜੋਂ ਜਿੱਥੇ ਵੀ ਪਤਾ ਲੱਗਦਾ ਹੈ ਲਾਹੌਰ ਦੇ ਆ ਰਹੀਆਂ ਨੇ ਤੇ ਮਹਾਰਾਜ ਦਰਸ਼ਨ ਕਰ ਰਹੀਆਂ ਨੇ ਤੇ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸੁਣਦੀਆਂ ਨੇ ਸਤਨਾਮ ਕੇ ਕੋਲੇ ਲਾਗੇ ਫਿਰ ਸੱਚੇ ਪਾਤਸ਼ਾਹ ਦੇ ਨਾਮ ਦੇ ਵਿੱਚ ਦਿਲ ਲਾ ਕਰਕੇ ਬੈਠਦੀਆਂ ਨੇ ਜਨਮ ਜਨਮ ਕੇ ਕਟਹਿ ਕਲੇਸ਼ ਸਿਮਰਨ ਕਰਕੇ ਭਜਨ ਕਰਕੇ ਗੁਰੂ ਦੇ ਜਸ ਨੂੰ ਕਰਕੇ ਜਨਮਾਂ ਜਨਮਾਂ ਦੀ ਮੈਲ ਨੂੰ ਧੋਂਦੀਆਂ ਨੇ ਸੁਖ ਤੋਰ ਕੋ ਪਾਏ ਨ ਡੋਲਹਿ ਇਹ ਸਾਧ ਸੰਗਤ ਇਤਨਾ ਸੁਖ ਪ੍ਰਾਪਤ ਹੁੰਦਾ ਹੈ ਜਿਹਦੀ ਕੋਈ ਮਿਣਤੀ ਗਿਣਤੀ ਨਹੀਂ ਕਿਉਂਕਿ ਸੱਚੇ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਉਣ ਦੇ ਨਾਲ ਨਾ ਸੰਗਤ ਦੇ ਵਿੱਚ ਆਉਣ ਦੇ ਨਾਲ ਇਤਨਾ ਸੁਖ ਪ੍ਰਾਪਤ ਹੁੰਦਾ ਹੈ ਤੇ ਸਾਧ ਸੰਗਤ ਦੀ ਕੋਈ ਮਿਣਤੀ ਨਹੀਂ ਤੇ ਇਸ ਤਰ੍ਹਾਂ ਮਹਾਰਾਜ ਜੀ ਦੇ ਅਤੋਲ ਸੁਖ ਨੂੰ ਪਾ ਕਰਕੇ ਤੇ ਕਦੀ ਡੋਲਦੀਆਂ ਨਹੀਂ ਅੰਤਰ ਮਨ ਕੇ ਤਹਿ ਵਿਸ਼ੇਸ਼ ਇਹ ਸਦਾ ਹੀ ਗੁਰੂ ਦੇ ਉੱਤੇ ਭਰੋਸਾ ਰੱਖਦੀਆਂ ਨੇ ਵਿਸ਼ੇਸ਼ ਕਰਕੇ ਨਹੀਂ ਤਾਂ ਅਸੀਂ ਮਹਾਰਾਜ ਜੀ ਨੂੰ ਅਰਦਾਸਾਂ ਬੇਨਤੀਆਂ ਵੀ ਕਰਦੇ ਹਨ ਤੇ ਮਨ ਵਿੱਚ ਇਹ ਰੱਖਦੇ ਹਾਂ ਪਤਾ ਨਹੀਂ ਪੂਰੀ ਹੋਵੇਗੀ ਕਿ ਨਹੀਂ ਹੋਵੇਗੀ ਤੇ ਸਾਥ ਨਾਲ ਤਾਂ ਮਹਾਰਾਜ ਮਾਰੇ ਮੱਥਾ ਵੀ ਟੇਕ ਦੇਣਾ ਤੇ ਜਾ ਕਰਕੇ ਫਿਰ ਹੋਰ ਮੱਡੀਆਂ ਉੱਤੇ ਜਾ ਕਰਕੇ ਤੇ ਫਿਰ ਹੋਰਾਂ ਦੀ ਪੂਜਾ ਨਹੀਂ ਗੁਰਦੇ ਸਿੱਖ ਦੇ ਅੰਦਰ ਭਰੋਸਾ ਵੱਧ ਜਾਂਦਾ ਹੈ ਕਿ ਮੇਰਾ ਹੁਣ ਰਾਖਾ ਇੱਕ ਹੀ ਹੈ ਸਿਰਫ ਗੁਰੂ ਹੀ ਰਾਖਾ ਹੈ ਤੇ ਇਸ ਤਰ੍ਹਾਂ ਮਨ ਦੇ ਅੰਦਰ ਭਰੋਸਾ ਰੱਖਦੀਆਂ ਨੇ ਤੇ ਡੋਲਦੀਆਂ ਨਹੀਂ ਤਨ ਤਨ ਤੇ ਅਰਜਨ ਸਤਿਗੁਰ ਤੇ ਫਿਰ ਗੁਰੂ ਸਾਹਿਬ ਜੀ ਨੂੰ ਧੰਨ ਧੰਨ ਕਹਿ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪ੍ਰਭ ਅਵਤਾਰ ਭਗਤ ਕੇ ਪੇਸ਼ ਤੇ ਫਿਰ ਉਤਾਰ ਵਾਹਿਗੁਰੂ ਦੇ ਅਵਤਾਰ ਜਾਣ ਕਰਕੇ ਤੇ ਸਾਧ ਸੰਗਤ ਜੀ ਭੰਨ ਮਥੁਰਾ ਤੇ ਸਾਧ ਭਾਈ ਮਥੁਰਾ ਜੀ ਕਹਿੰਦੇ ਨੇ ਗੁਰੂ ਅਰਜਨ ਪ੍ਰਤੱਖ ਹਾਰ गुरु अर्जुन देव महाराज जी प्रताप हार में सिखन को सुनाए कयो कहो आप अकाल पुरख दे स्वरूप ने गुरु अर्जुन देव महाराज जी ते इतना बहुत सिख ਜਦੋਂ ਇਕੱਠੇ ਹੋ ਕਰਕੇ ਸੰਗਤ ਮਿਲ ਕਰੇ ਆਨੰਦ ਤੇ ਗੁਰੂ ਦੀ ਸੰਗਤ ਕਰਕੇ ਬੜੇ ਆਨੰਦ ਸਹਿਤ ਹੁੰਦੀਆਂ ਨੇ ਇੱਕ ਆਵਤ ਇੱਕ ਜਾਤ ਚਲੇ ਨਰੇ ਇੱਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਨੇ ਇੱਕ ਦਰਸ਼ਨ ਕਰਕੇ ਜਾ ਰਹੀਆਂ ਨੇ ਇੱਕ ਨਿਕਟ ਰਹੇ ਮਤ ਨਿਕੰਦ ਇੱਕ ਗੁਰੂ ਸਾਹਿਬ ਦੇ ਕੋਲ ਰਹਿ ਕਰਕੇ ਨਾ ਸਿੱਖ ਸੰਗਤ
ਸੰਗਤਾਂ ਦੀ ਸੇਵਾ ਕਰਦੇ ਨੇ ਆਪਣੀ ਖੋਟੀ ਮੱਤ ਨੂੰ ਦੂਰ ਕਰਨ ਵਾਸਤੇ। ਗਾਏ ਰਕਾਬੀ ਵੱਡੀ ਰਾਤ ਤੇ ਸਾਧ ਸੰਗਤ ਜੀ ਬੜੀ ਰਾਤ ਤੱਕ ਦਬਾਬੀ ਜਿਹੜੇ ਸਿੰਘ ਨੇ ਕੀਰਤਨੀ ਸਿੰਘ ਤੇ ਸਾਧ ਸੰਗਤ ਜੀ ਕੀਰਤਨ ਕਰਦੇ ਨੇ। ਸੁਨੇ ਸਿੱਖੇ ਉਰ ਪ੍ਰੇਮ ਮਿਲੰਦ ਤੇ ਫਿਰ ਮਹਾਰਾਜ ਦੀ ਸਿੱਖਿਆ ਸੁਣਦੇ ਨੇ, ਗੁਰੂ ਸਾਹਿਬ ਦੀ ਕਥਾ ਨੂੰ ਸੁਣਦੇ ਨੇ। ਕਥਾ ਸੁਣ ਕਰਕੇ ਬੜੇ ਪ੍ਰੇਮ ਦੇ ਸਹਿਤ ਬਾਣੀ ਪੜ੍ਹੀ ਕੰਠ ਕੋ ਤਾਰੇ। ਮਹਾਰਾਜ ਦੀ ਬਾਣੀ ਪੜ੍ਹਦੇ ਨੇ ਤੇ ਸਾਧ ਸੰਗਤ ਦੀ ਬਾਣੀ ਕੰਠ ਕਰਦੇ ਨੇ ਤੇ ਕੰਠ ਕਰਨੀ ਬਾਣੀ ਬਹੁਤ ਸਾਧ ਸੰਗਤ ਦੀ ਗੁਰਸਿੱਖਾਂ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਬਾਣੀ ਕੰਠ ਕਰਦੇ ਹੁੰਦੇ ਸੀ। ਜਿਨ੍ਹਾਂ ਨੂੰ ਪੜ੍ਹਨਾ ਵੀ ਨਹੀਂ ਨਾ ਆਉਂਦਾ ਤੇ ਉਹ ਵੀ ਸੁਣ ਕਰਕੇ ਕੰਠ ਕਰਦੇ ਸੀ। ਅੱਜ ਸਾਧ ਸੰਗਤ ਜੀ ਦੇਖੀਦਾ ਤੇ ਗੁਰ ਦੇ ਸਿੱਖ ਦਾ ਅਸੀਂ ਕਹਾਉਂਦੇ ਹਾਂ ਪਰ ਬਾਣੀ ਕੰਠ ਨਹੀਂ ਹੈ। ਤੇ ਮਹਾਰਾਜ ਦੇ ਰਹਿਤਨਾਮਿਆਂ ਵਿੱਚ ਬਚਨ ਵੀ ਆਉਂਦੇ ਨੇ, ਗੁਰ ਕਾ ਸਿੱਖ ਹੋਏ ਕੈ ਜਪਜੀ ਕੰਠ ਨਾ ਕੀਨ, ਜੈਸੇ ਕੁੰਦਨ ਬਿਨਾ ਪੁੱਤ ਕੋ ਐਸੇ ਸਿੱਖ ਕੋ ਜੀ। ਜਿਹੜਾ ਗੁਰ ਦਾ ਸਿੱਖ ਹੋ ਗਿਆ ਜਪਜੀ ਸਾਹਿਬ ਵੀ ਨਹੀਂ ਕੰਠ ਹੈ ਤੇ ਉਹਦਾ ਇਸ ਤਰ੍ਹਾਂ ਸਿੱਖ ਜਾਣੀਏ ਜਿਸ ਤਰ੍ਹਾਂ ਤੁੰਦਰ ਕਹਿੰਦੇ ਚੋਲਾਂ ਨੂੰ, ਤੇ ਚੋਲਾਂ ਤੋਂ ਬਿਨਾਂ ਜਿਹੜੀ ਦੁੱਖ ਹੁੰਦੀ ਹੈ ਨਾ ਭੂਸ ਹੁੰਦਾ ਤੇ ਉਹਦੇ ਬਰਾਬਰ ਹੈ ਸਿੱਖ, ਤੇ ਕੋਈ ਮੁੱਲ ਨਹੀਂ ਹੈ। ਤੇ ਮਹਾਰਾਜ ਦੀ ਰਹਿਤਨਾਮਿਆਂ ਵਿੱਚ ਵਚਨ ਆਉਂਦੇ ਨੇ। ਅੱਜ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿੰਦੇ ਹਨ ਤੇ ਸਾਧ ਸੰਗਤ ਜੀ ਗੁਰੂ ਦੇ ਸਿੱਖ ਜੋ ਬਾਣੀ ਕੰਠ ਕਰਦੇ ਨੇ। ਸਤ ਨਾਮ ਦਸ ਪੂਜਲ ਚੰਨ ਇਹ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਸਤਿਨਾਮ ਨੂੰ ਜਪਦੇ ਨੇ। ਇੱਕ ਦਿਨ ਸਤਿਗੁਰ ਚੜ੍ਹ ਕਰ ਖਾਸੇ। ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਪਾਲਕੀ ਦੇ ਉੱਤੇ ਚੜ੍ਹ ਕੇ ਬਹਿ ਚਲੇ ਰਾਵੀ ਕੇ ਤੀਰ। ਮਹਾਰਾਜ ਜੀ ਰਾਵੀ ਦੇ ਕੰਢੇ ਚੱਲ ਰਹੇ ਨੇ। ਨਿੰਦਕ ਚੰਦੂ ਮਿਲਿਓ ਅਗਾਰੀ। ਜਦੋਂ ਦੁਸ਼ਟ ਨਿੰਦਿਆ ਕਰਨ ਵਾਲਾ ਚੰਦੂ ਆ ਕਰਕੇ ਸਾਹਮਣੇ ਮਿਲਿਆ। ਦੇਖੀ ਸੰਗ ਨਰ ਨਿਗਨਗੀ। ਜਦੋਂ ਚੰਦੂ ਨੇ ਦੇਖਿਆ ਨਾ ਬੜੀ ਮਨੁੱਖਾਂ ਦੀ ਨਾਲ ਭੀੜ ਹੈ। ਪੂਜਨ ਕਰਿਓ ਕੌਣ ਹੀ ਮਨਮਤ। ਤੇ ਚੰਦੂ ਪੁੱਛਦਾ ਹੈ ਕੌਣ ਨੇ, ਤੇ ਪੁੱਛ ਕਰਕੇ ਕਾਮਦਾਰ ਅਨੁਰਾਗ ਅਮੀਰ। ਇਹ ਸੋਚਦਾ ਹੈ ਜਦੋਂ ਕੋਈ ਕਾਰਜਕਾਰੀ ਹੋਵੇਗਾ, ਕੋਈ ਕੰਮ ਵਿਹਾਰ ਆਦਿਕਾ ਵਾਲਾ ਹੋਵੇਗਾ, ਮਾਨਵ ਸੰਗ ਅਨੇਕ ਗਲਤੀ ਹੈ। ਜਾਂ ਕਿਸੇ ਰਾਜੇ ਦਾ ਵਜ਼ੀਰ ਹੋਵੇਗਾ ਜਾਂ ਅਮੀਰ ਹੋਵੇਗਾ, ਧਨਾੜ ਬੰਦਾ ਹੋਵੇਗਾ ਜਿਹਦੇ ਨਾਲ ਇਤਨੇ ਮਨੁੱਖ ਚੱਲਦੇ ਹਨ। ਆਗੇ ਪਾਛੇ ਬਹੁਤ ਭੀੜ। ਅੱਗੇ ਤੇ ਪਿੱਛੇ ਬਹੁਤ ਭੀੜ ਹੈ। ਬਾਦਸ਼ਾਹ ਕੇ ਹੋਏ ਸਮੀਤੀ। ਇਹ ਬਾਦਸ਼ਾਹ ਦੇ ਕੋਲ ਇੱਕ ਚੰਗੀ ਜਾਣ ਪਛਾਣ ਹੋਵੇਗੀ। ਐ ਚਾਕਰ ਹੋਏ ਅਰਬ ਵਿਸ਼ਾਲ। ਜਾਂ ਫਿਰ ਜਿਹਦੇ ਕੋਲ ਕਿਸੇ ਦੇ ਦਾ ਚਾਕਰ ਹੋਵੇਗਾ। ਸੋ ਮੁਝ ਨਮੋ ਘਟ ਮਿਲ ਗਮਨਤ। ਜੇ ਕੋਈ ਚਾਕਰ ਆਦਿਕ ਹੁੰਦਾ ਤਾਂ ਫਿਰ ਮੈਨੂੰ ਆ ਕੇ ਮਿਲਦਾ। ਮਨ ਹੈ ਆਨ ਉਲੰਘ ਤਤਕਾਲ। ਫਿਰ ਮੇਰੀ ਆਨ ਮੰਨਦਾ, ਮੇਰੀ ਫਿਰ ਇਸ ਤਰ੍ਹਾਂ ਮੇਰੇ ਕੋਲ ਛੇਤੀ ਦੇ ਨਾਲ ਨਹੀਂ ਲੰਘ ਸਕਦਾ ਸੀ। ਸੁਨ ਦੋਰਿਓ ਇਕ ਨਰ ਸਿੰਘ ਪੁੱਜੇ। ਤੇ ਫਿਰ ਇਹਨੇ ਆਪਣਾ ਇੱਕ ਮਨੁੱਖ ਭੇਜਿਆ, ਸਿਪਾਹੀ ਭੇਜਿਆ ਚੰਦੂ ਨੇ, ਤੇ ਉਹਨੇ ਜਾ ਕਰਕੇ ਇੱਕ ਸਿੱਖ ਨੂੰ ਪੁੱਛਿਆ। ਉਹ ਇਹ ਜਾਤ ਬ੍ਰਿੰਦ ਨਾਲ। ਕਹਿੰਦਾ ਵੀ ਇਹ ਕੌਣ ਹੈ ਜਿਹਦੇ ਨਾਲ ਇਹ ਜਾ ਰਹੇ ਨੇ ਤੁਰੀ। ਇਹ ਹੋਏ ਕਰਿਓ ਬਤਾਵਨ ਤਿਸਨੇ। ਤੇ ਫਿਰ ਉਸ ਸਿੱਖ ਨੇ ਦੱਸਣਾ ਕੀਤਾ। ਤੇਰੀ ਆਚਨ ਸਤਿਗੁਰੂ ਕਿਰਪਾਲ। ਕਹਿਣ ਲੱਗਿਆ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਆਨ ਬਤਾਇਓ ਚੰਦੂ ਕੋ ਤਿਨ। ਇਹ ਸਾਧ ਸੰਗਤ ਜੀ ਆ ਕਰਕੇ ਉਸਨੇ ਫਿਰ ਚੰਦੂ ਨੂੰ ਜਦੋਂ ਦੱਸਿਆ। ਸੁਨਤ ਜਰਿਓ ਮਨ ਮੈਂ ਦੁਖ ਪਾਏ। ਚੰਦੂ ਨੇ ਸੁਣਿਆ ਨਾ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਸੁਣ ਕਰਕੇ ਮਨ ਦੇ ਅੰਦਰ ਉਹ ਈਰਖਾ ਦੀ ਅੱਗ ਦੇ ਵਿੱਚ ਜਲ ਪਿਆ। ਮਨ ਨਿਪ ਤੇਰੇ ਦਿਖਾਏ ਪ੍ਰਤਾਪ। ਪਹਿਲਾਂ ਮੇਰਾ ਦੁਸ਼ਮਣ ਹੋਊਗਾ ਕਿ
ਮੈਨੂੰ ਪ੍ਰਤਾਪ ਦਿਖਾਉਂਦਾ ਹੈ। ਬਹੁਤੇ ਮਾਨਵ ਸੰਗ ਲਗਾਏ, ਤੇ ਜਿਹਨੇ ਆਪਣੇ ਦੇ ਨਾਲ ਬਹੁਤ ਮਨੁੱਖ ਲਾਏ ਹੋਏ ਨੇ। ਮੈਂ ਨਿਤ ਚਿੰਤਾ ਕੇ ਬਸ ਦੁਰਲਭ, ਮੈਂ ਤਾਂ ਬੜੀ ਚਿੰਤਾ ਕਰਦਾ ਹਾਂ ਇਹਦੇ ਨਾਲ, ਤੇ ਫਿਰ ਮੈਂ ਤਾਂ ਚਿੰਤਾ ਦੇ ਵਿੱਚ ਮੇਰਾ ਸਰੀਰ ਵੀ ਬੜਾ ਕਮਜ਼ੋਰ ਹੋ ਗਿਆ। ਇਹ ਨਿਚਿੰਤ ਵਿਚਰਤ ਹਰ ਖਾਏ, ਇਹ ਮੇਰਾ ਦੁਸ਼ਮਨ ਹੋ ਕਰਕੇ ਨਿਸ਼ਚਿਤ ਹੋ ਕਰਕੇ ਇਹ ਫਿਰ ਵਿਸਰਦਾ ਹੈ। ਤਿਕ ਜੀਵਨ ਮਨ ਬੁੱਧ ਬਲ ਕੋ ਤਿਕ, ਇਹ ਕਹਿੰਦਾ ਹੈ ਕਿ ਮੇਰਾ ਧਾਰ ਹੈ ਜੀਣਾ, ਤੇ ਇਹ ਮੇਰਾ ਦੁਸ਼ਮਨ ਹੋ ਕਰਕੇ ਇਧਰ ਉਧਰ ਵਿਚਰਦਾ ਹੈ, ਤੇ ਇਹ ਮੇਰਾ ਧਾਰ ਹੈ ਜੀਣਾ, ਤੇ ਮੈਂ ਇਹਦੇ ਨਾਲ ਬੜੀ ਈਰਖਾ ਦੇ ਨਾਲ ਚਿੰਤਾ ਦੇ ਵਿੱਚ ਤੇ ਰਾਤ ਦਿਨ ਲੱਗਿਆ ਹੋਇਆ ਹਾਂ। ਕਰੇ ਨ ਕੁਛ ਬਹੁ ਕਰੇ ਉਪਾਏ, ਮੈਂ ਬੜੇ ਉਪਾਅ ਕੀਤੇ ਨੇ ਇਹਨੂੰ ਫੜਾਉਣ ਵਾਸਤੇ, ਪਰ ਮੇਰਾ ਇੱਕ ਵੀ ਉਪਾਅ ਨਹੀਂ ਚੱਲਿਆ। ਤੋੜ ਤੋੜ ਸਵਾਰੇ ਗੰਨਿਆ, ਤੇ ਫਿਰ ਇਸ ਤਰ੍ਹਾਂ ਬੜੀ ਛੇਤੀ ਦੇ ਨਾਲ ਚੜ ਕਰਕੇ ਚੱਲ ਪਿਆ। ਆਜ ਕਹੂੰ ਸੁਤ ਸਾਹੋ ਕੇ ਤੀਰ, ਕਹਿੰਦਾ ਮੈਂ ਅੱਜ ਹੀ ਜਾ ਕਰਕੇ ਬਾਦਸ਼ਾਹ ਦੇ ਕੋਲ ਕਹਾਂਗਾ। ਉਤਰਿਓ ਕੱਟ ਸਲਾਮ ਦਿਓ ਟਿਕ, ਤੇ ਬਾਦਸ਼ਾਹ ਦੇ ਕੋਲ ਜਾ ਕਰਕੇ ਇਹਨੇ ਸਲਾਮ ਕਰਕੇ ਰਿਸ਼ਤੇ ਕਰੇ ਨ ਕੀ ਮੁਕੁਰ ਤੀਰਾ, ਤੇ ਫਿਰ ਜਾਣਿਆ ਵੀ ਮੈਂ ਇਸ ਤਰ੍ਹਾਂ ਕਹਾਂ ਕਿ ਬਾਦਸ਼ਾਹ ਮੇਰੀ ਗੱਲ ਸੁਣ ਕਰਕੇ ਕਦੀ ਗੁੱਸਾ ਨਾ ਕਰੇ। ਇਹ ਪ੍ਰਸੰਗ ਪੁੱਛ ਹਜ਼ਰਤ ਕੋ ਤਬ, ਤੇ ਉਸ ਵੇਲੇ ਜਾ ਕਰਕੇ ਨਾ ਚੰਦੂ ਨੇ ਜਹਾਂਗੀਰ ਦੇ ਕੋਲ ਜਿਹੜੇ ਹੋਰ ਵਿਚਾਰਾਂ ਨੇ ਉਹ ਕਰ ਲੱਗ ਪਿਆ। ਨਿਜ ਰੂਪ ਫੇਰਿਓ ਨਹੀਂ ਪੀਆ, ਤੇ ਗੱਲਾਂ ਬਾਤਾਂ ਵਿੱਚ ਪਾ ਕਰਕੇ ਨਾ ਜੇ ਦੇਖਿਆ ਵੀ ਜਹਾਂਗੀਰ ਬਾਦਸ਼ਾਹ ਮੇਰੇ ਵੱਲ ਰੁਖ ਕਰਨ ਲੱਗ ਪਿਆ, ਗੱਲਾਂ ਮੇਰੀਆਂ ਸੁਣਨ ਲੱਗ ਪਿਆ, ਤੇ ਉਸ ਵੇਲੇ ਕਰ ਜੋਰੇ ਉਚਰਤ ਦੁਰਮਤ ਕੋ, ਇਸ ਤਰ੍ਹਾਂ ਖੋਟੀ ਮੱਤ ਦੇ ਨਾਲ ਨਾ ਇਹਨੇ ਦੋਨੇ ਹੱਥ ਜੋੜ ਕਰਕੇ ਜਹਾਂਗੀਰ ਨੂੰ ਕਹਿੰਦਾ ਹੈ। ਅਬ ਆਇਓ ਕੁਰਸੀ ਕੰਚੀਰਾ, ਇਹ ਕਹਿਣ ਲੱਗਿਆ ਵੀ ਜਿਹੜਾ ਸਿੱਖਾਂ ਦਾ ਗੁਰੂ ਆ ਨਾ ਗੁਰੂ ਅਰਜਨ ਦੇਵ ਮਹਾਰਾਜ, ਉਹ ਲਾਹੌਰ ਦੇ ਵਿੱਚ ਆ ਗਿਆ। ਤੁਮ ਟਿਕ ਆਪ ਨਿਕਲਿਓ ਨ ਆਪੀ, ਤੇ ਹੁਣ ਤੱਕ ਉਹ ਤੁਹਾਡੇ ਕੋਲ ਆਇਆ ਹੀ ਨਹੀਂ। ਹਿੰਦੁਨ ਤੇ ਕੁਝ ਬਾਬਤ ਪਾਏ, ਤੇ ਫਿਰ ਆ ਕਰਕੇ ਸਿੱਖਾਂ ਦੇ ਕੋਲੋਂ ਆਪਣੀ ਸੇਵਾ ਕਰਵਾਉਂਦਾ ਹੈ। ਨਿਤ ਪ੍ਰਤ ਤਨ ਅਨਗਿਨਤ ਆਮਦਨ, ਉਹਦੇ ਕੋਲ ਬਹੁਤ ਆਮਦਨ ਹੋਣ ਲੱਗ ਪਈ। ਬੜੇ ਸਿੱਖ ਆ ਕਰਕੇ ਨਾ ਭੇਟਾ ਲੈ ਕਰਕੇ ਆਉਂਦੇ ਨੇ, ਤੇ ਭੇਟਾ ਲੈ ਕਰਕੇ ਆਉਂਦੇ ਨੇ, ਤੇ ਉਹਦੇ ਕੋਲ ਤਾਂ ਬਹੁਤ ਆਮਦਨ ਵੱਧ ਗਈ। ਤਨੀ ਪਇਓ ਪੁਰ ਗਰਭ ਵਧਾਏ, ਤੇ ਉਹਦਾ ਬਹੁਤ ਉਹਦੇ ਕੋਲ ਧਨ ਹੋ ਗਿਆ, ਤੇ ਬੜਾ ਧਨਾੜ ਹੋ ਗਿਆ, ਤੇ ਉਹਦੇ ਪੈਸੇ ਆਣ ਕਰਕੇ ਨਾ ਉਹਦੇ ਵਿੱਚ ਹੰਕਾਰ ਵੀ ਵੱਧ ਗਿਆ। ਦੋਏ ਲੱਖ ਤੋਂ ਦੰਡ ਲਟੇ ਕਿਆ, ਫਿਰ ਉਹਦੇ ਬਾਅਦ 2 ਲੱਖ ਵੀ ਕੁਝ ਵੀ ਚੀਜ਼ ਨਹੀਂ ਹੈ। ਲੱਖ ਛਿਨ ਲੈਤੇ ਹੂੰ ਇਸ ਥਾਏ, ਜੇ ਤੁਸੀਂ ਮੈਨੂੰ ਆਗਿਆ ਕਰੇ ਨਾ, ਮੈਂ ਛੇਤੀ ਨਾਲ 2 ਲੱਖ ਰੁਪਇਆ ਉਹਦੇ ਕੋਲ ਲੈ ਲਵਾਂਗਾ। ਆਪ ਸਪਾਰਸ ਕਹੋ ਨ ਸੁਨਹਿ, ਇਹ ਇਸ ਤਰ੍ਹਾਂ ਆਪ ਦੇ ਹਾਂਜੀ ਆਪ ਸਪਾਰਸ ਕਹੋ ਨ ਸੁਨਹਿ, ਮੈਂ ਜੇ ਤੁਸੀਂ ਮੈਨੂੰ ਕਹੋ ਨਾ ਮੈਂ ਲੈ ਲਵਾਂਗਾ, ਪਰ ਤੁਸੀਂ ਕਿਸੇ ਕੋਲੋਂ ਸਿਫਾਰਿਸ਼ ਨਹੀਂ ਸੁਣਨੀ। ਤੋ ਤਸ ਕਰ ਰਕੇ ਨ ਦਰ ਪਾਏ, ਫਿਰ ਚੋਰ ਆਦਤ ਵੀ ਰੱਖਦਾ ਹੈ, ਤੇ ਤੁਹਾਡਾ ਡਰ ਵੀ ਨਹੀਂ ਮੰਨਦਾ। ਸੁਖੀ ਬਸੇ ਕੋ ਦੇਸ ਗੌਰ ਸਭ, ਤੇ ਫਿਰ ਸੁਖੀ ਬਸੇ ਕੋ ਦੇਸ ਗੌਰ ਸਭ, ਤੇ ਫਿਰ ਉਹ ਸਾਰੇ ਦੇਸ਼ ਦੇ ਵੀ ਸੁਖੀ ਵਸਦਾ ਹੈ। ਕਰਹੋਂ ਬੁਲਾਵਨ ਤੋ ਚਲ ਆਏ ਨਿਤ, ਤੇ ਤੁਸੀਂ ਉਹਨੂੰ ਆਪਣੇ ਕੋਲ ਸੱਦਣਾ ਕਰੋ, ਨਤ ਸਿੱਖਨ ਤੇ ਲੈ ਕਰ ਤਨ ਤੇ ਕੋ, ਨਹੀਂ ਤਾਂ ਸਿੱਖਾਂ ਦੇ ਕੋਲੋਂ ਧਨ ਆਦਿਕ ਲੈ ਕਰਕੇ ਆਪਣੀ ਪੁਰੀ ਪਰਵੇਸ਼ ਜਾਏ, ਤੇ ਲਾਹੌਰ ਦੇ ਵਿੱਚ ਵਾਪਸ ਮੁੜ ਜਾਵੇਗਾ। ਉਹ ਜੇ ਪੈ ਹੋਏ ਤੁਮ ਤੇ ਬਹੁ ਰਾਖਿਓ, ਤੇ ਫਿਰ ਤੁਹਾਡੇ ਕੋਲੋਂ ਜਰਾ ਮਾਤਰ ਵੀ ਡਰ ਨਹੀਂ ਰੱਖੇਗਾ। ਸਹਿਜਾਦਾ ਤੇ ਜੋ ਨਿਕਸਾਏ,
ਜਿਹੜਾ ਤੁਸੀਂ ਆਪਣਾ ਸਹਿਜਾਦਾ ਖੁਸਰੋ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢਿਆ ਸੀ, ਪਾਏ ਧਾਰਕ ਤੋਚਿਤ ਸੰਤੇ, ਫਿਰ ਉਹਨੂੰ ਵੀ ਆਪਣੇ ਕੋਲ ਉਸਨੇ ਰੱਖਿਆ ਸੀ। ਜੇ ਤੁਸੀਂ ਹੁਣ ਨਾ ਉਹਨੂੰ ਤਾੜਨਾ ਕੀਤਾ, ਨਾ ਸਮਝਾਉਣਾ ਕੀਤਾ, ਸਾਹੋ ਅਵਗਿਆ ਇਨ ਦੁਖਦਾਏ, ਉਹਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਬਾਦਸ਼ਾਹ ਦੀ ਅਵਗਿਆ ਕਰਨ ਦਾ ਕਿੰਨਾ ਕੁ ਦੁੱਖ ਹੁੰਦਾ ਹੈ। ਇੱਕ ਦੋਏ ਅਪਰ ਸਾ ਕੇ ਨਿਕਟੀ, ਇਹ ਫਿਰ ਇੱਕ ਦੋ ਦਿਨ ਆਪਣੇ ਕੋਲ ਰੱਖ ਕੇ ਤਨ ਦੇ ਕੀਨੇ ਆਪਨ ਸਹਾਏ, ਇਹ ਫਿਰ ਇਸ ਤਰ੍ਹਾਂ ਧਰਮ ਦੇ ਕਰਕੇ ਸੋ ਮੁਰਾਦ ਕਹਿਨ ਤਬ ਲਾਗੇ। ਇਹ ਸਾਧ ਸੰਗਤ ਜੀ, ਅੱਗੇ ਪ੍ਰਸਾਗਾ ਆਪਾਂ ਨੇ ਕੱਲ ਵਾਲੇ ਸਮੇਂ ਦੇ ਵਿੱਚ ਵਿਚਾਰਾਂਗੇ। ਤੇ ਸਾਧ ਸੰਗਤ ਜੀ, ਸਮਾਂ ਹੋ ਗਿਆ ਹੈ, ਕੀ ਸਮਾਪਤੀ ਕਰੀਏ। ਤੇ ਸਾਧ ਸੰਗਤ ਜੀ, ਭਾਵੇਂ ਪ੍ਰਸੰਗ ਸਾਧ ਸੰਗਤ ਜੀ ਬੜੇ ਸੂਖਮ ਰੂਪ ਦੇ ਵਿੱਚ ਨੇ, ਤੇ ਇਹ ਇੱਛਾ ਹੈ ਕਿ ਜਦੋਂ ਤੱਕ ਆਪਣੀ ਸਮਾਪਤੀ ਸੰਪੂਰਨਤਾਈ ਹੋ ਜਾਵੇ, ਤੇ ਇਸ ਕਰਕੇ ਪ੍ਰਸੰਗ ਜਿਹੜੇ ਨੇ ਲੜੀਵਾਰ ਹੀ ਇਹਨਾਂ ਦੇ ਵਿੱਚ ਜਿਹੜੀਆਂ ਹੋਰ ਵਿਚਾਰਾਂ ਵੀ ਨੇ ਉਹ ਨਹੀਂ ਕਰ ਸਕਦੇ। ਇਸ ਕਰਕੇ ਆਪ ਸਾਰੇ ਸੰਗਤ ਨੂੰ ਬੇਨਤੀ ਹੈ, ਭਾਈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ, ਕਿਉਂਕਿ ਜਦ ਤੱਕ ਇਹ ਪ੍ਰਸੰਗ ਲੜੀਵਾਰ ਪੂਰੀ ਨਹੀਂ ਨਾ ਸਮਝ ਆਉਂਦੇ, ਜਦ ਤੱਕ ਇਤਿਹਾਸ ਦੇ ਵਿੱਚ ਸਾਨੂੰ ਰਸ ਨਹੀਂ ਪ੍ਰਾਪਤ ਹੋਵੇਗਾ। ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿੰਨੇ ਇੱਕ ਦਿਨ ਬਾਕੀ ਨੇ ਭਾਈ ਆਪਾਂ ਲਾਭ ਲੈਣਾ ਹੈ। ਗੁਰੂ ਸਾਹਿਬ ਜੀ ਕਿਰਪਾ ਕਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਭੁਲਾ ਚੁਕਾ ਦੀ ਮਾਫੀ ਜੀ। ਇੱਕ ਦੋਏ ਅਪਰ ਸਾ ਕੇ ਨਿਕਟੀ, ਤਨ ਦੇ ਕੀਨੇ ਆਪਨ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री वाहिगुरु। श्री वाहिगुरु जी की फतेह। श्री गुरु की सहाय। और श्री गुरु जी की खालसा दसवीं प्रथम सिंह के गुरु नानक देव जी आए। रंगत गुरु कमलदास रामदास सहाय अर्जन हरि गोविंद नाम सिमरो श्री हराय। श्री हरि कृष्ण की हरिये विष्णुटे संत जय गुरु हरदर सिंह करनाउंत आवे ताए। सब खाई वन सहाय दसवें पातशाह तन साहिब श्री गुरु गोबिंद सिंह महाराज सब संयोग सहाय। दसा पातशाह की आत्म जोर तारना तन साहिब श्री गुरु ग्रंथ साहिब के पाठ दर्शन दिदारत तंत्र की खालसा जी बोलो जी। पंजाब प्यारे चौहान साहिब जाते आचार्य मुक्ति आज्ञा दत्ते दत्ते नाम जवन शिक्षा दे सुनाई दे गाही। देख के उनके के ताल देना प्यारा चैन की मदद अंदर खालसा जी बोलो जी। जिनाव सिंघाव सिमरन धर्म में से दीते बंद बंद कटाए कोपरे लोहाया जलियां दे रत्ना नाम से गई। गुरुद्वारा ने शरण कुर्बानी के लिए ब्रह्मनिहार सिद्धि सिद्धि के साथ वासा सब निवाही ज्ञान की मदद अंदर के खालसा जी बोलो जी। पंजाब तख्ता सर्वत गुरुद्वारा के अंदर के खालसा जी बोलो जी। प्रथम खालसा जी के अरदास सर्वत खालसा जी को वाहिगुरु 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 चितावे। चेतावन का सदका सिर्फ हो गए जहाँ जहाँ खालसा जी साहिब तहाँ तहाँ रशिया रियायत देख 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 पैज पंथ की जीत श्री सर्व साहिब खालसा जी के बोल बाले बोलना जी। बख्शो जिसका सिखी दान केस दान रथ दान विक दान सहदान प्रसादान दाना सुल्तान नामदान श्री रघुनाथ सरसारी कृष्ण स्नान चौके चढ़े भूगे जुगे जुगटल धर्मका जयकार खालसा जी बोलो जी। सिखा दा मन निवार मन जीवन कर नहीं है काल वाहिगुरु जी अपने पंक्ति सदा से लगा जियो।
श्री ननकाना सर तो उधर किताब जन का जपन तो शुलाई निकले रसीदार सवस भगदान आपने मन प्यारे का जन बख्शा दी हे नी माने के मान गुरु ने ताण के ताण गुरु नियोग्य कियो क्रियाश्री क्या श्री जीवो जीवो चल हाजरा हजूर संकला पर गुरुता करके विराजमान धन धन श्री गुरु ग्रंथ साहिब महाराज जियो आप जी पांच सौ अपना पास अरदास बेनती जोधरी आपकी अदा कोटि कोट धन्यवाद शुक्राना महाराज जी आप जी ने प्रतिवेदन को लेके इस समय तक संतान खुले दर्शन दर्जदार देंगे नजरों नजर निहाल के महाराज जी कोटि कोट धन्यवाद शुक्राना पारी के महाराज सदका सदैव दीवान सजाएगी सदैव दीवाना अंदर से शोध रहा सदैव दीवानी पड़ेगी उपरांत आरती कथा विचारों हो ये वाणी पढ़ते होया कथा विचार करते हैं समूह शास्त्र प्रकाश गुजारे करते होया एक नहीं अनेक कई प्रकार की भूलां गलतियां हो गई होगी आपकी बख्शा करता हो बख्शे महाराज जी की वाणी स्पष्ट पानी पढ़ दी सेवा कर दी भक्ति बुद्धता कृष्ण महाराज जी ने समूह शास्त्र में हाजिर अंदर प्रवान करना जी कदम कदम लेके करो कृपा आया समूह शास्त्र दानु आवन की रूप मान बख्शे निहाल कर प्राण सुभाषित सन सेवा कर दी काम कृष्ण में अक्षरवाद काट पाठ माफ करने सुख के काट दास करने सही प्यारे मेल जिना मेरा तेरा नाम चितावे नाम नाम सत्य नाम